ਸਤਨਾਮ ਵਾਹਿਗੁਰੂ ਸਾਹਿਬ ਜੀ। ਪਿੰਗਲ ਪਰਬਤ ਪਾਰ ਪਰੇ, ਕਲ ਚਤੁਰ ਬਕੀਤਾ। ਅੰਦੁਲੇ ਤਿਰਭਵਨ ਸੂਜਿਆ, ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ, ਸੁਨਹੁ ਮੇਰੇ ਮੀਤਾ। ਮੈਲ ਖੋਈ ਕੋਟ ਅਗਹਰੇ, ਨਿਰਮਲ ਭਏ ਚੀਤਾ। ਬਿਖੈ ਬਨ ਫੀਕਾ, ਤਿਆਗ ਦੀ ਸਖੀਏ। ਨਾਮ ਮਹਾਰਸ ਪੀਓ, ਬਿਨ ਰਸ ਚਾਖੇ। ਬੁੱਢ ਗਈ ਸਗਲੀ, ਸੁਖੀ ਨ ਹੋਵਤ ਜੀਓ। ਮਾਨ ਮਹਤ ਨਾ ਸਕਤ ਹੀ ਕਾਈ, ਸਾਦਾ ਦਾਸੀ ਥੀਓ। ਨਾਨਕ ਸੇ ਦਰ ਸੁਭਾਵੰਤੇ, ਜੋ ਪ੍ਰਭ ਆਪਨੇ ਕੀਓ। ਬੇਸੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਸਾਕੁਤ ਸੰਗ ਨਾ ਕੀਜੀਐ, ਦੂਰ ਹੈ ਜਾਈਐ ਭਾਗ। ਬਾਸਨ ਕਾਰੋ ਪਰਸੀਐ, ਤਉ ਕਛ ਲਾਗੈ ਦਾਗ। ਕਬੀਰਾ ਰਾਮ ਨਾ ਚੇਤਿਓ, ਜਰਾ ਪਹੁੰਚਿਓ ਆਏ। ਲਾਗੀ ਮੰਦਿਰ ਦੁਆਰ ਤੇ, ਅਬ ਕਿਆ ਕੱਢਿਆ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧ ਦਇਆ ਨਿਧ, ਦੀਨ ਪ੍ਰਤਪਾਲਕ, ਦੀਨ ਰੱਖਿਅਕ, ਦੀਨਾ ਬੰਧੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਜਿਨ੍ਹਾਂ ਦੀ ਅਪਾਰ ਕਰੁਣਾ ਹੈ, ਅਥਾਹ ਬਖਸ਼ਿਸ਼ ਹੈ, ਅਪਾਰ ਤਰਸ ਹੈ ਗੁਰੂ ਸਾਹਿਬ ਜੀ ਕਾ, ਜੋ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਨਿਵਾਜਿਸ਼ ਕਰਕੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠਣ ਦਾ, ਸਤ ਸੰਗਤ ਰੂਪ ਵਿੱਚ ਅਧਿਆਤਮਿਕ ਅਭਿਆਸ ਕਰਨ ਦਾ, ਸ਼ਬਦ ਦੀ ਸਾਧਨਾ ਕਰਨ ਦਾ ਅਵਸਰ ਬਖਸ਼ਿਸ਼ ਕਰਕੇ ਨਿਵਾਜਿਸ਼ ਕੀਤੀ ਹੈ ਜੀ। ਬੜੇ ਸੁਭਾਗਸ਼ਾਲੀ ਹੋ ਜੋ ਸਤਿਗੁਰੂ ਕੀ ਬਖਸ਼ਿਸ਼ ਨੂੰ ਕੀਰਤਨ ਰੂਪ ਦੇ ਵਿੱਚ ਸ਼ਰਵਣ ਕਰਦਿਆਂ ਹੋਇਆਂ ਮਾਨਣ ਦਾ ਯਤਨ ਕਰ ਰਹੇ ਸੀ। ਇਸੇ ਸਿਲਸਿਲੇ ਦੇ ਅੰਤਰਗਤ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਲੜੀਵਾਰ ਸ਼ਲੋਕਾਂ ਦੀ ਵਿਚਾਰ ਦੁਆਰਾ
ਆਪ ਜੀ ਗੁਰੂ ਸਾਹਿਬਾਨਾਂ ਦੀ ਗਿਆਨਮਈ ਬਖਸ਼ਿਸ਼ ਨੂੰ ਮਾਣਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਸਾਕਤ ਸੰਗ ਨਾ ਕੀਜੀਐ, ਦੂਰ ਰਹਿ ਜਾਈਐ ਭਾਗ। ਲੜੀਵਾਰ ਸ਼ਲੋਕਾਂ ਦੇ ਅੰਤਰਗਤ ਇਸ ਤੋਂ ਪਹਿਲੇ ਸ਼ਲੋਕਾਂ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਜੀਵਨ ਦੇ ਵਿੱਚ ਅਗਰ ਨਾਮ ਧਨ ਸੰਚਦਿਆਂ ਹੋਇਆਂ, ਸ਼ੁਭ ਗੁਣਾਂ ਦੀ ਰਾਸ ਪੱਲੇ ਬੰਨ੍ਹਦਿਆਂ ਹੋਇਆਂ, ਨਿਰਮਲ ਕਰਨੀ ਦੇ ਸਹਿਤ ਬੰਦਗੀ ਦਾ ਅਮੋਲਕ ਧਨ ਆਪਣੇ ਪਾਸ ਸੰਚ ਕੇ ਅਤੇ ਜੀਵਨ ਨੂੰ ਬੜੀ ਉੱਤਮਤਾ, ਪਵਿੱਤਰਤਾ ਅਤੇ ਸ਼ੁੱਧਤਾ ਦੇ ਨਾਲ ਅਗਰ ਜਿਉਣਾ ਹੈ ਤਾਂ ਪਰਮੇਸ਼ਰ ਦੇ ਨਾਲ ਅਭੇਦ ਸੰਤ ਜਨਾਂ ਦਾ ਸੰਗ ਕਦੀ ਨਹੀਂ ਤਿਆਗਣਾ ਚਾਹੀਦਾ। ਕਿਉਂਕਿ ਜੇ ਗੁਣਾਂ ਦੀ ਚਾਹਤ ਹੈ, ਗੁਣਾਂ ਵਾਲੇ ਦੇ ਨਿਕਟ ਰਹੋ। ਜੇ ਖੁਸ਼ਬੂ ਦੀ ਚਾਹਤ ਹੈ, ਜਿਸ ਤੋਂ ਸ਼ੁਭ ਗੁਣਾਂ ਦੀ ਖੁਸ਼ਬੂ ਉਤਪੰਨ ਹੁੰਦੀ ਹੈ, ਉਹਦੇ ਸੰਗ ਵਿੱਚ ਰਹੋ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਨੇ ਇਸ ਤੋਂ ਪਹਿਲੇ ਸ਼ਲੋਕ ਦੇ ਵਿੱਚ ਸੰਤ ਪੁਰਖਾਂ ਦੀ ਜਿਹੜੀ ਅਧਿਆਤਮਿਕ ਕਮਾਈ ਹੈ ਉਹ ਸੰਸਾਰ ਦੇ ਲਈ ਕਿਵੇਂ ਸਹਾਇਕ ਹੁੰਦੀ ਹੈ, ਇਸ ਪ੍ਰਥਾਏ ਉਪਦੇਸ਼ ਬਖਸ਼ਿਸ਼ ਕੀਤਾ ਸੀ। ਇਸੇ ਪ੍ਰਕਾਰ ਨਿਵਾਜਿਸ਼ ਕਰਦੇ ਹਨ। ਕਬੀਰ ਸਾਕਤ ਸੰਗ ਨਾ ਕੀਜੀਐ, ਦੂਰ ਰਹਿ ਜਾਈਐ ਭਾਗ। ਮਨੁੱਖੀ ਜੀਵਨ ਦੇ ਵਿੱਚ ਜਾਂ ਪਸ਼ੂ ਜੀਵਨ ਦੇ ਵਿੱਚ ਵੀ ਅਸੀਂ ਬੜੇ ਗਹੁ ਦੇ ਨਾਲ ਦੇਖੀਏ ਤਾਂ ਇੱਕ ਦੂਜੇ ਦੇ ਸੰਗ ਦਾ ਪ੍ਰਭਾਵ ਬੜਾ ਸਪਸ਼ਟ ਨਜ਼ਰ ਆਉਂਦਾ ਹੈ। ਇਹ ਨਹੀਂ ਕਿ ਜਿਹੜੀ ਸੰਗਤ ਹੈ ਚੰਗੀ ਮੰਦੀ ਉਹ ਕੇਵਲ ਮਨੁੱਖਾਂ ਨੂੰ ਹੀ ਪ੍ਰਭਾਵਿਤ ਕਰਦੀ ਹੈ ਕਿਉਂਕਿ ਮਨੁੱਖਾਂ ਕੋਲ ਬੁੱਧੀ ਹੈ। ਐਸਾ ਨਹੀਂ ਹੈ। ਸੰਗਤ ਇੱਕ ਐਸੀ ਚੀਜ਼ ਹੈ, ਸੰਗ ਇੱਕ ਐਸਾ ਸਥਿਤੀ ਹੈ ਜਿਹੜੀ ਹਰ ਇੱਕ ਨੂੰ ਪ੍ਰਭਾਵਿਤ ਕਰਦੀ ਹੈ, ਚਾਹੇ ਉਹ ਪਸ਼ੂ ਜੋਨੀ ਹੋਵੇ, ਮਨੁੱਖ ਜਾਤੀ ਹੋਵੇ ਜਾਂ ਕੁਝ ਹੋਰ। ਇਸੇ ਪ੍ਰਕਾਰ ਇੱਕ ਮਨੁੱਖ ਹੈ ਜਿਹੜਾ ਜੰਗਲ ਤੋਂ ਨਿਕਲ ਕੇ ਨਗਰ ਵੱਲ ਆ ਗਿਆ, ਸੱਭਿਅਤ ਸਮਾਜ ਵੱਲ ਆ ਗਿਆ। ਉਹਦੇ ਕੋਲੋਂ ਜੀਵਨ ਦੇ ਵਿਚਰਨ ਦੇ ਬੜੇ ਨੈਤਿਕ ਢੰਗ, ਬੜੇ ਸੁਘੜ ਅਸੂਲ, ਉਹਦੀ ਰਹਿਣੀ ਸਹਿਣੀ ਦੇ ਮਾਪਦੰਡ ਬੜੇ ਕੋਮਲਤਾ ਭਰੇ, ਬੜੇ ਅਹਿਸਾਸਾਂ ਦੇ ਨਾਲ ਭਰਪੂਰ ਹੋ ਗਏ। ਇੱਕ ਜਿਹੜਾ ਜੰਗਲ ਦੇ ਵਿੱਚ ਰਹਿ ਗਿਆ, ਉਹਦੀਆਂ ਬਿਰਤੀਆਂ, ਉਹਦਾ ਸੁਭਾਅ, ਉਹਦੀ ਜੀਵਨ ਦੀ ਸਾਰੀਆਂ ਗਤੀਵਿਧੀਆਂ ਉਹ ਇੱਕ ਜਾਂਗਲੀ ਸੁਭਾਅ ਵਰਗੀਆਂ ਹੋ ਗਈਆਂ ਅਤੇ ਉਹ ਕਬੀਲੇ ਦੀ ਇੱਕ ਲਿਮੀਟੇਸ਼ਨ ਦੇ ਵਿੱਚ ਰਹਿ ਗਿਆ। ਇਸੇ ਪ੍ਰਕਾਰ ਇੱਕ ਪਸ਼ੂ ਜਿਹੜਾ ਜੰਗਲ ਵਿੱਚ ਰਹਿ ਗਿਆ, ਉੱਥੇ ਹਿੰਸਕ ਜਾਨਵਰਾਂ ਦਾ ਸੰਗ ਕਰ ਕਰਕੇ ਉਹਦੇ ਅੰਦਰ ਹਿੰਸਕ ਬਿਰਤੀਆਂ ਪੈਦਾ ਹੋ ਗਈਆਂ। ਜਦੋਂ ਉਹੀ ਜਾਨਵਰ ਪਾਲਤੂ ਰੂਪ ਦੇ ਵਿੱਚ ਘਰ ਰੱਖਿਆ ਗਿਆ ਅਤੇ ਉਹਦੀਆਂ ਹਿੰਸਕ ਬਿਰਤੀਆਂ ਕੋਮਲ ਹੋ ਕੇ ਕਿਸੇ ਜ਼ਬਤ ਦੇ ਵਿੱਚ ਕਿਸੇ ਪੱਧਰ 'ਤੇ ਆ ਕੇ ਜਿਹੜੀਆਂ ਉਹ ਠੀਕ ਹੋ ਗਈਆਂ। ਇਸੇ ਪ੍ਰਕਾਰ ਸੰਗਤ ਇੱਕ ਐਸਾ ਪ੍ਰਭਾਵ ਹੈ ਜਿਸ ਨੂੰ ਹਰ ਦੁਨੀਆ ਦੀ ਸ਼ੈ ਕਬੂਲਦੀ ਹੈ। ਸਿਆਣੇ ਤਾਂ ਇੱਥੋਂ ਤੱਕ ਵੀ ਆਖਦੇ ਹਨ ਕਿ ਪੱਥਰ ਵੀ ਹੌਲੀ ਹੌਲੀ ਰੋਜ਼ਾਨਾ ਪਾਣੀ ਪਵੇ ਤਾਂ ਉਹਦੇ ਸੁਭਾਅ, ਉਹਦੇ ਪਾਣੀ ਦੇ ਪ੍ਰਭਾਵ ਨੂੰ ਕਬੂਲਣਾ ਸ਼ੁਰੂ ਕਰ ਦਿੰਦਾ ਹੈ ਅਤੇ ਥੋੜ੍ਹੇ ਕਈ ਸਾਲਾਂ ਬਾਅਦ ਅੰਦਰ ਜਾ ਕੇ ਪੱਥਰ ਹੌਲੀ ਹੌਲੀ ਖੁਰ ਜਾਂਦਾ ਹੈ, ਆਪਣੀ ਹਸਤੀ ਮਿਟਾ ਦਿੰਦਾ ਹੈ। ਇਸੇ ਪ੍ਰਕਾਰ ਇਹ ਤਾਂ ਹੋ ਗਈ ਇੱਕ ਪੱਖ ਤੋਂ ਚਰਚਾ ਕਿ ਸੰਗਤ ਦਾ ਕੀ ਪ੍ਰਭਾਵ ਹੈ। ਭਗਤ ਕਬੀਰ ਸਾਹਿਬ ਜੀ ਇਸ ਸੰਗ ਦੇ ਪ੍ਰਭਾਵ ਨੂੰ ਬੜੇ ਗੁਹਜ ਅਤੇ ਚੇਤਨ ਨੁਕਤੇ ਦੁਆਰਾ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਕਬੀਰ ਸਾਕਤ ਸੰਗ ਨਾ ਕੀਜੀਐ। ਹੁਣ ਸਾਨੂੰ ਸਤ ਸੰਗਤ ਦਾ ਬੋਧ ਹੈ ਕੀ ਹੈ, ਜਿੱਥੇ ਬੈਠ ਕੇ ਸਾਡੇ ਅੰਦਰ ਨਿਰਮਲ ਵਿਚਾਰਾਂ ਦਾ ਸੰਚਾਰ ਹੁੰਦਾ ਹੈ, ਸ਼ੁਭ ਖਿਆਲਾਂ ਦੇ ਫੁਰਨੇ ਸਾਡੇ ਅੰਦਰ ਉਤਪੰਨ ਹੋਣੇ ਸ਼ੁਰੂ ਹੋ ਜਾਂਦੇ ਨੇ। ਉਹ ਸੱਤ ਦਾ ਸੰਗ ਹੈ। ਜਿੱਥੇ ਬੈਠ ਕੇ ਸਾਨੂੰ ਉਹਨਾਂ ਸਾਧਨਾਂ ਦਾ, ਸ਼ੁਭ ਖਿਆਲਾਂ ਦਾ ਅਭਿਆਸ ਕਰਨ ਦਾ ਮੌਕਾ ਮਿਲੇ, ਉਸ ਨੂੰ ਸਾਧ ਸੰਗ ਆਖਦੇ ਹਾਂ। ਜਿਸ ਸੰਗ ਦੇ ਵਿੱਚ ਬੈਠ ਕੇ ਉਸ ਦੇ ਬੈਠਣ ਦੌਰਾਨ ਤਾਂ ਨਹੀਂ, ਪਰ ਬਾਅਦ ਦੇ ਵਿੱਚ ਇਹ ਬੋਧ ਪ੍ਰਾਪਤ ਹੋਵੇ ਕਿ ਇਹ ਸੰਗ ਮਾੜਾ ਸੀ, ਮਨਮੁਖਤਾ ਭਰਿਆ ਸੀ, ਉਸ ਨੂੰ ਅਸੀਂ ਕੁਸੰਗ ਆਖਦੇ ਹਾਂ। ਇਹਨਾਂ ਸੰਬੰਧਾਂ ਦੇ ਵਿੱਚ ਆਪ ਜੀ ਸਾਰੇ ਜਾਣੂ ਹੋ। ਭਗਤ ਕਬੀਰ ਸਾਹਿਬ ਜੀ ਇੱਕ ਅਧਿਆਤਮਿਕ ਸਾਧਕ ਨੂੰ, ਇੱਕ ਜਗਿਆਸੂ ਨੂੰ, ਜਾਂ ਜਿਹੜਾ ਇੱਕ ਭਗਤੀ ਕਰਮ ਦੀ ਚਾਹਨਾ ਰੱਖ ਕੇ
ਨਿਰਮਲ ਕਰਮ ਦੇ ਮਾਰਗ ਦੇ ਉੱਪਰ ਚੱਲਣਾ ਆਰੰਭ ਕੀਤਾ ਹੈ, ਉਹਨਾਂ ਜਗਿਆਸੂਆਂ ਨੂੰ ਸੁਚੇਤ ਕਰਦੇ ਆਖਦੇ ਹਨ, ਸਾਕਤ ਸੰਗ ਨਾ ਕੀਜੀਐ ਦੂਰ ਰਹਿ ਜਾਈਐ ਭਾਗ। ਕਦੀ ਵੀ ਸਾਕਤ ਪੁਰਸ਼ ਦਾ, ਇਸਤਰੀ ਦਾ ਸੰਗ ਨਹੀਂ ਕਰਨਾ ਚਾਹੀਦਾ। ਅਤੇ ਇੰਨੀ ਸਾਵਧਾਨੀ ਦੱਸਦੇ ਹਨ ਕਿ ਦੂਰ ਰਹਿ ਜਾਈਐ ਭਾਗ। ਜੇ ਕਿਤੇ ਨਜ਼ਰ ਪਤਾ ਲੱਗ ਜਾਏ ਕਿ ਇਸ ਗਲੀ ਦੇ ਵਿੱਚੋਂ, ਇਸ ਸਥਾਨ ਦੇ ਵਿੱਚੋਂ ਉਹ ਸਾਕਤ ਪੁਰਸ਼ ਇਸਤਰੀ ਆ ਰਹੇ ਹਨ, ਤਾਂ ਉਹਦਾ ਜਿਹੜਾ ਰਸਤਾ ਤਿਆਗ ਦੇਣਾ ਚਾਹੀਦਾ ਹੈ। ਹੁਣ ਜੇ ਤਾਂ ਅਸੀਂ ਇਹਨੂੰ ਸਰਲ ਜਿਹੇ ਢੰਗ ਦੇ ਨਾਲ ਵਾਚੀਏ ਤਾਂ ਫਿਰ ਸਾਕਤ ਦੇ ਅਰਥ ਮਨਮੁਖ ਕਰ ਦਿਆਂਗੇ, ਪਰ ਜੇ ਦੀਰਘ ਵਿਚਾਰ ਕਰੀਏ ਤਾਂ ਸਾਕਤ ਜਿਹੜਾ ਸ਼ਬਦ ਭਗਤ ਕਬੀਰ ਸਾਹਿਬ ਜੀ ਨੇ ਵਰਤਿਆ ਹੈ, ਉਹਦੇ ਮਗਰ ਇੱਕ ਵੱਡਾ ਗਿਆਨਮਈ ਪ੍ਰਪੇਖ ਹੈ। ਜਦ ਇਸੇ ਪ੍ਰਕਾਰ ਜਦ 14ਵੀਂ 15ਵੀਂ ਸਦੀ ਦੇ ਵਿੱਚ ਵੈਦਿਕ ਕਾਲ ਤੋਂ ਬੜੇ ਮੱਤ ਆਰੰਭ ਹੋਏ, ਉਹਨਾਂ ਦੇ ਵਿੱਚ ਇੱਕ ਸ਼ਾਕਤ ਮੱਤ ਆਰੰਭ ਹੋਇਆ। ਇਹ ਸ਼ਾਕਤ ਮੱਤ ਉਹ ਮੱਤ ਕਿਹਾ ਜਾਂਦਾ ਹੈ ਜਿਹੜਾ ਪਰਮੇਸ਼ਰ ਨੂੰ ਇਸਤਰੀ ਮੰਨ ਕੇ ਪੂਜਾ ਕਰਦਾ ਹੈ। ਸ਼ਾਕਤ ਦਾ ਮਤਲਬ ਹੈ ਕਿ ਜਿਹੜਾ ਪਰਮੇਸ਼ਰ ਨੂੰ ਪੁਰਖ ਨਹੀਂ ਜਾਂ ਉਹਨੂੰ ਲਿੰਗ ਭੇਦ ਤੋਂ ਰਹਿਤ ਨਹੀਂ, ਉਹਨੂੰ ਇਸਤਰੀ ਆਕਾਰ ਦੇ ਵਿੱਚ ਮੰਨ ਕੇ ਉਹਦੀ ਪੂਜਾ ਕਰਦਾ। ਇਸ ਕਰਕੇ ਉਹ ਦੇਵੀ ਪੂਜਾ ਬਣਾਉਂਦਾ ਹੈ। ਇਹਨਾਂ ਦੇ ਵਿਧਾਨ ਚਲਦਿਆਂ ਚਲਦਿਆਂ ਸ਼ਕਤੀ ਦੇ ਉਪਾਸ਼ਕ ਇਹਨਾਂ ਨੂੰ ਮੰਨਿਆ ਜਾਂਦਾ ਹੈ। ਇਹਨਾਂ ਕਰਕੇ ਜਿਹੜੇ ਕੁਝ ਪੁਰਾਣ ਵੀ ਰਚੇ ਗਏ, ਜਿਨ੍ਹਾਂ ਦੇ ਵਿੱਚ ਮਾਰਕੰਡੇ ਪੁਰਾਣ, ਦੇਵੀ ਭਾਗਵਤ ਪੁਰਾਣ, ਕਾਲਕਾ ਪੁਰਾਣ, ਇਹ ਸਾਰੇ ਸ਼ਕਤੀ ਦੇ ਉਪਾਸ਼ਕ ਕਹੇ ਜਾਂਦੇ ਹਨ। ਤਾਂ ਇਸੇ ਪ੍ਰਕਾਰ ਕਿ ਇਹਨਾਂ ਦੇ ਮੱਤ ਨੂੰ ਭਗਤ ਕਬੀਰ ਸਾਹਿਬ ਜੀ ਨੇ ਇਸ ਤਰ੍ਹਾਂ ਕਿਉਂ ਕਿਹਾ, ਇਹਦੀ ਵਿਚਾਰ ਆਪਦੇ ਸਨਮੁਖ ਰੱਖਾਂ। ਇਸ ਜਿਹੜਾ ਸ਼ਾਕਤ ਮੱਤ ਉਤਪੰਨ ਹੋਇਆ, ਇਹ ਸ਼ਕਤੀ ਦਾ ਪੂਜਕ ਸੀ। ਅੱਗੇ ਚੱਲ ਕੇ ਇਹਦੀਆਂ ਦੋ ਸ਼ਾਖਾਵਾਂ ਬਣੀਆਂ। ਇੱਕ ਇਹਦੀ ਸ਼ਾਖਾ ਸੀ ਦਕਸ਼ਣਾਚਾਰਿਆ ਅਤੇ ਦੂਜੀ ਸੀ ਵਾਮਾਚਾਰ। ਜਿਹੜੇ ਵਾਮਾਚਾਰ ਵਾਲੇ ਲੋਕ ਸਨ, ਉਹ ਸ਼ਿਵ ਦੀ ਪ੍ਰਾਪਤੀ ਦੇ ਲਈ ਜਾਂ ਸ਼ਿਵ ਦੀ ਜਿਹੜੀ ਸਪਿਰਿਟ ਰੂਪ ਆ ਉਹਦੇ ਵਿੱਚ ਅਭੇਦ ਹੋਣ ਦੇ ਲਈ ਸ਼ਕਤੀ ਰੂਪ ਦੇ ਵਿੱਚ ਇਸਤਰੀ ਦੀ ਪੂਜਾ ਕਰਦੇ ਸਨ। ਤਾਂ ਇਸਤਰੀ ਦੀ ਪੂਜਾ ਦੇ ਵਿੱਚ ਉਹਨਾਂ ਨੇ ਕਮਾਖਿਆ ਦੀ ਪੂਜਾ ਵੀ ਬਣਾਈ ਹੋਈ ਹੈ, ਜਿਹੜੀ ਉੜੀਸਾ ਦੇ ਵਿੱਚ ਪ੍ਰਚਲਿਤ ਹੈ। ਭਗਤ ਹੋਰ ਅੱਗੇ ਜਾ ਕੇ ਇਹਨਾਂ ਦੀ ਜਿਹੜੀ ਪਰਮੇਸ਼ਰ ਜਾਂ ਜਿਹਨੂੰ ਅਸੀਂ ਰੱਬੀ ਪ੍ਰਾਪਤੀ ਮੰਨਦੇ ਹਨ, ਉਹਦੇ ਲਈ ਇਹਨਾਂ ਨੇ 5 ਸਾਧਨ ਬਣਾਏ ਕਿ ਇਹ 5 ਸਾਧਨ ਕਰੀਏ ਤਾਂ ਜਿਹੜੀ ਜੀਵਨ ਦੀ ਪਰਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਸ਼ਿਵ ਰੂਪ ਦੇ ਵਿੱਚ ਅਭੇਦਤਾ ਪ੍ਰਾਪਤ ਹੁੰਦੀ ਹੈ। ਉਹ 5 ਯਤਨਾਂ ਨੂੰ ਇਹ 5 ਮਕਾਰ ਕਹਿੰਦੇ ਹਨ। ਉਹ 5 ਮਕਾਰ ਹਨ। ਸਭ ਤੋਂ ਪਹਿਲਾਂ ਮਦਿਰਾ ਭਾਵ ਕਿ ਸ਼ਰਾਬ ਦਾ ਸੇਵਨ, ਉਸ ਤੋਂ ਬਾਅਦ ਮਾਸ ਦਾ ਗ੍ਰਹਿਣ ਕਰਨਾ, ਉਸ ਤੋਂ ਅੱਗੇ ਮਤਸਯ ਭਾਵ ਮੱਛੀ ਆਦਿਕ, ਉਸ ਤੋਂ ਅੱਗੇ ਆ ਜਾਂਦਾ ਹੈ ਇਹਨਾਂ ਦਾ ਮੁਦਰਾ, ਉਹ ਖਾਸ ਪ੍ਰਕਾਰ ਦੇ ਇੱਕ ਚੌਲ ਜੇ ਹੁੰਦੇ ਨੇ, ਉਹ ਭੁੰਨਦੇ ਨੇ। ਇਸੇ ਪ੍ਰਕਾਰ ਅੱਗੇ ਆ ਜਾਂਦਾ ਮੈਥਨ, ਜਿਹਨੂੰ ਅਸੀਂ ਵਕਾਰੀ ਕਰਮ ਆਖਦੇ ਹਾਂ। ਇਹਨਾਂ ਕਿਹਾ ਕਿ ਜਿਹੜਾ ਇਨਸਾਨ ਇਹਨਾਂ 5 ਕਰਮਾਂ ਨੂੰ ਖੁੱਲ੍ਹੇ ਰੂਪ ਦੇ ਵਿੱਚ ਕਰਦਾ ਹੈ ਔਰ ਜੀਵਨ ਭਰ ਇਹਨਾਂ ਦੁਆਰਾ ਆਪਣੇ ਅੰਦਰ ਸ਼ਕਤੀ ਦਾ ਸੰਚਾਰ ਕਰਦਾ ਹੈ, ਉਹੀ ਸ਼ਿਵ ਦੇ ਨਾਲ ਅਭੇਦਤਾ ਪ੍ਰਾਪਤ ਕਰ ਸਕਦੇ। ਇਸ ਕਰਕੇ ਇਹਨਾਂ ਦੇ 5 ਇਹਨਾਂ ਯਤਨਾਂ ਨੂੰ 5 ਮਕਾਰ ਕਿਹਾ ਜਾਂਦਾ ਹੈ। ਅਤੇ ਕਿਸੇ ਸਮੇਂ ਇਹਨਾਂ ਦਾ ਇੰਨਾ ਪ੍ਰਭਾਵ ਭਾਰਤੀ ਸਮਾਜ ਦੇ ਵਿੱਚ ਵੱਧ ਗਿਆ, ਕਿਉਂਕਿ ਇਹਨਾਂ ਦੇ ਵਿੱਚ ਕੋਈ ਵਰਣ ਆਦਿਕ ਦੀ ਵਿਚਾਰ ਨਹੀਂ ਸੀ, ਇੱਕ ਪੱਖ ਇਹ ਵੀ ਸੀ ਇਹਨਾਂ ਦਾ। ਇਸ ਕਰਕੇ ਬਹੁਤ ਵੱਡੀ ਗਿਣਤੀ ਵਿੱਚ ਭਾਰਤ ਦੇ ਲੋਕ ਇਹਨਾਂ ਵਿੱਚ ਸ਼ਾਮਲ ਹੋ ਗਏ, ਨਿਮਨ ਸ਼੍ਰੇਣੀਆਂ ਦੇ, ਵੱਡੀਆਂ ਸ਼੍ਰੇਣੀਆਂ ਦੇ। ਅਤੇ ਇੱਕ ਸਮਾਂ ਆਇਆ ਜਦੋਂ ਇਹਨਾਂ ਦੇ 5 ਮਕਾਰਾਂ ਦੇ ਨਾਲ ਭਾਰਤ ਦਾ ਹਰੇਕ ਬੰਦਾ ਪ੍ਰਭਾਵਿਤ ਹੋਇਆ। ਮਤਲਬ ਜਿਹੜੇ 5 ਮਕਾਰ, ਮਦਿਰਾ, ਮਾਸ, ਮੁਦਰਾ, ਇਸੇ ਪ੍ਰਕਾਰ ਮਤਸਯ, ਮੈਥੁਨ, ਇਹਨਾਂ ਦਾ ਜਿਹੜਾ ਆਹਾਰ ਕਰਨਾ ਹੈ, ਪੂਰੀ ਤਰ੍ਹਾਂ ਇੱਕ ਵਾਰੀ ਉੱਤਰੀ ਭਾਰਤ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ, ਕਿਉਂਕਿ ਜਾਤੀ ਪਾਤੀ ਦੀ ਵਿਚਾਰ ਨਹੀਂ ਸੀ। ਔਰ ਇੱਕ ਇਹਨਾਂ ਦਾ ਇਹ ਵੀ ਕਾਰਨ ਹੈ ਕਿ ਜਦੋਂ ਇਹ ਭੈਰਵੀ ਚੱਕਰ ਦੀ ਪੂਜਾ ਕਰਦੇ ਸਨ, ਜਿਹੜਾ ਵੀ ਉੱਥੇ ਹਾਜ਼ਰ ਹੋ ਜਾਂਦਾ ਸੀ ਉਹਨੂੰ ਬ੍ਰਾਹਮਣ ਮੰਨਦੇ ਸਨ। ਇਸ ਕਰਕੇ ਸ਼ਾਕਤ ਮੱਤ ਦੀ ਪੂਜਾ ਦਾ ਵਿਧਾਨ ਚੱਲਿਆ ਅਤੇ ਲੋਕਾਂ ਦੇ ਜੀਵਨ ਵਿੱਚ ਜਿਹੜੀ ਆਚਰਣ ਦੇ ਤੌਰ 'ਤੇ, ਸ਼ੁਭ ਕਰਮਾਂ ਦੇ ਤੌਰ 'ਤੇ ਬੜੀ ਭਾਰੀ ਗਿਰਾਵਟ ਆ ਗਈ। ਅਤੇ ਜਿਹੜੇ ਸਿਮਰਨਮਈ ਢੰਗ ਦੇ ਨਾਲ, ਗਿਆਨ ਦੀ ਸਾਧਨਾ ਦੇ ਨਾਲ ਪ੍ਰਭੂ ਵਿੱਚ ਅਭੇਦ ਹੋਣ ਲੱਗਣ ਆਰੰਭ ਕਰ ਰਹੇ ਸਨ, ਉਹ ਵੀ ਇਹਨਾਂ ਦੇ ਪ੍ਰਭਾਵ ਵਿੱਚ ਆ ਕੇ ਹੌਲੀ ਇਸ ਮਾਰਗ ਨੂੰ ਛੱਡ ਬੈਠੇ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਸਾਕਤ ਸੰਗ ਨਾ ਕੀਜੀਏ। ਉਹ ਸਾਕਤ ਪੁਰਸ਼ ਜਿਹੜਾ ਪਰਮੇਸ਼ਰ ਦੀ ਪਰਮ ਸ਼ਕਤੀ ਦੀ ਇਸਤਰੀ ਰੂਪ 'ਚ ਪੂਜਾ ਕਰਦਾ ਹੈ ਅਤੇ ਉਹਦਾ ਵੀ ਇੱਕ ਉਹ ਵਕਾਰੀ ਰੂਪ ਬਣਾਉਂਦਾ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਐਸੇ ਪੁਰਸ਼ ਦਾ ਸੰਗ ਕਦੀ ਨਹੀਂ ਕਰਨਾ ਚਾਹੀਦਾ ਜਿਹਦੇ ਜਿਹੜਾ ਇਸ ਤਰ੍ਹਾਂ ਦੇ ਮੱਤ ਦਾ ਉਪਾਸ਼ਕ ਹੈ। ਭਾਵੇਂ ਕਿ ਜੇ ਇਹਨਾਂ ਦਾ ਅਸੀਂ ਜਿਹੜਾ ਗ੍ਰੰਥ ਹੈ ਹਠਯੋਗ ਪ੍ਰਦੀਪਿਕਾ,
ਉਹਦੇ ਵਿੱਚ ਪੜ੍ਹੀਏ, ਉਹਦੇ ਵਿੱਚ ਅਧਿਆਤਮਕ ਅਰਥ ਵੀ ਹਨ ਇਹਨਾਂ ਪੰਜਾਂ ਮਕਾਰਾਂ ਦੇ, ਪਰ ਉਹਨਾਂ ਪੰਜਾਂ ਮਕਾਰਾਂ ਦੇ ਅਧਿਆਤਮਕ ਅਰਥਾਂ ਦਾ ਕਿਤੇ ਅਭਿਆਸ ਨਹੀਂ ਮਿਲਦਾ। ਉਹ ਵੀ ਆਪਦੇ ਸਨਮੁਖ ਰੱਖ ਸਕਦਾ। ਜਿਵੇਂ ਉਹ ਸਭ ਤੋਂ ਪਹਿਲਾਂ ਕਹਿੰਦੇ ਹਨ ਮदिरा, ਅਤੇ ਉਹ ਕਹਿੰਦੇ ਹਨ ਕਿ ਸਹਸਰ ਦਲ ਦੇ ਵਿੱਚੋਂ ਜਿਹੜਾ ਟਪਕਣ ਵਾਲਾ ਰਸ ਹੈ ਉਹਨੂੰ ਮदिरा ਮੰਨਦੇ ਹਨ। ਇਸੇ ਪ੍ਰਕਾਰ ਕਹਿੰਦੇ ਜਿਹੜੀ ਸਵਾਸਾਂ ਦੁਆਰਾ ਸਾਡੇ ਸਵਾਸ ਨਾਭੀ ਤੋਂ ਉਤਪੰਨ ਹੋ ਕੇ ਸੁਖਮਨਾ ਨਾੜੀ ਤੱਕ ਜਾਂਦੇ ਹਨ, ਇਹਨੂੰ ਉਹ ਮਤੱਸਿਆ ਆਖਦੇ ਹਨ, ਮੱਛੀ, ਭਾਵ ਕਿ ਇਹਨੂੰ ਵਸ ਕਰਨਾ। ਮਤਲਬ ਅਧਿਆਤਮਕ ਅਰਥ ਵੀ ਹਨ, ਪਰ ਉਹ ਜਿਹੜੇ ਧਰਮ ਦੇ ਲੋਕ ਸਨ, ਉਸ ਮੱਤ ਦੇ ਲੋਕ, ਉਹਨਾਂ ਨੇ ਇਹਦੇ ਭੌਤਿਕ ਅਰਥ ਲੈ ਕੇ ਅਤੇ ਬਾਹਰੀ ਕਰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਕਰਕੇ ਇਹ ਬੜਾ ਮਲੀਨ ਮੱਤ ਬਣ ਗਿਆ ਕਿ ਜਿਹੜਾ ਵੀ ਇਹਦੇ ਵਿੱਚ ਦਾਖਲ ਹੁੰਦਾ ਸੀ, ਆਪ ਦੀ ਸੁਭਾਵਿਕ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜੇ ਪੰਜ ਮਕਾਰਾਂ ਦਾ ਜ਼ਿਕਰ ਕੀਤਾ ਹੈ, ਜੇ ਅੱਜ ਵੀ ਅਸੀਂ ਕਿਸੇ ਦੇ ਜੀਵਨ ਨੂੰ ਨੀਵੇਂ ਤੌਰ 'ਤੇ ਆਂਕਦੇ ਹਾਂ ਤਾਂ ਇਸੇ ਕਰਕੇ ਆਂਕਦੇ ਕਿ ਉਹਦੇ ਜੀਵਨ 'ਚ ਸ਼ਰਾਬ, ਮदिरा ਜਾਂ ਹੋਰ ਵਿਕਾਰੀ ਕਰਮਾਂ ਦਾ ਪ੍ਰਭਾਵ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸਾਕਤ ਸੰਗ ਨਾ ਕੀਜੀਐ। ਅਜਿਹੇ ਸਾਕਤ ਪੁਰਖ ਦਾ ਜਿਹੜਾ ਸੰਗ ਕਦੀ ਵੀ ਨਹੀਂ ਕਰਨਾ ਚਾਹੀਦਾ। ਦੂਰ ਇਹ ਜਾਈਏ ਭਾਗ, ਕਿ ਉਹਦੇ ਜੀਵਨ 'ਚ ਮਲੀਨਤਾ ਇੰਨੀ ਜ਼ਿਆਦਾ ਭਾਰੂ ਹੈ, ਇੰਨੀ ਜ਼ਿਆਦਾ ਜਿਹੜੀ ਹੈ ਕਿ ਇੱਕ ਦਫਾ ਵੀ ਉਹਦਾ ਕਿਤੇ ਸੰਗ ਹੋ ਗਿਆ ਅਤੇ ਸਮੁੱਚਾ ਜੀਵਨ ਮਲੀਨ ਹੋ ਜਾਏਗਾ। ਹੁਣ ਇਸ ਗੱਲ ਨੂੰ ਭਗਤ ਕਬੀਰ ਸਾਹਿਬ ਜੀ ਨੇ ਕਿਉਂ ਇਸ ਤਰ੍ਹਾਂ ਕਹਿ ਦਾ, ਇੱਕ ਕਾਰਨ ਹੈ। ਜਦੋਂ ਭੈਰਵੀ ਚੱਕਰ ਦੀ ਪੂਜਾ ਕਰਦੇ ਸਨ ਤਾਂ ਨਗਰ ਦੇ ਵਿੱਚ ਇੱਕ ਪਹਿਲਾਂ ਹੋਕਾ ਦਵਾਉਂਦੇ ਸਨ, ਸੱਦਾ ਆਦਿਕ, ਕਿ ਭੈਰਵੀ ਚੱਕਰ ਦੀ ਪੂਜਾ ਹੋਣੀ ਹੈ, ਮਾਸ, ਸ਼ਰਾਬ ਆਦਿਕ ਸੇਵਨ ਕਰਨ ਨੂੰ ਮਿਲੇਗਾ। ਤਾਂ ਹੁੰਦਾ ਸੀ ਕਿ ਲਾਲਚ ਕਰਕੇ ਬਹੁਤ ਸਾਰੇ ਲੋਕ ਉਹਨਾਂ ਦੇ ਚੱਕਰ ਵਿੱਚ ਸ਼ਾਮਲ ਹੋ ਜਾਂਦੇ ਸਨ ਅਤੇ ਫਿਰ ਉੱਥੇ ਜਾ ਕੇ ਉਹੋ ਜਿਹਾ ਸੰਗ ਗ੍ਰਹਿਣ ਕਰਦੇ ਸਨ। ਫਿਰ ਜਦੋਂ ਇਸ ਤਰ੍ਹਾਂ ਦੇ ਮਕਾਰਾਂ ਦਾ ਸੰਗ ਗ੍ਰਹਿਣ ਕਰਨਾ ਤਾਂ ਨਿਸ਼ਚੇ ਹੀ ਜੀਵਨ ਨਿਵਾਣ ਵੱਲ ਜਾਏਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਸਾਕਤ ਸੰਗ ਨਾ ਕੀਜੀਐ, ਦੂਰ ਇਹ ਜਾਈਐ ਭਾਗ। ਇਹ ਹੈ ਜਿਹੜਾ ਇੱਕ ਹਵਾਲੇ ਦੇ ਤੌਰ 'ਤੇ ਅਰਥ ਬਣਦਾ ਹੈ। ਦੂਜਾ, ਇਸ ਭਾਵ ਦਾ ਅਰਥ ਆਪਦੇ ਸਨਮੁਖ ਰੱਖਾ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸਾਕਤ ਸੰਗ ਨਾ ਕੀਜੀਐ। ਇਸੇ ਪ੍ਰਕਾਰ ਅਸੀਂ ਹੁਣ, ਕਿਉਂਕਿ ਸਾਡੇ ਸਿੱਖ ਮੱਤ ਦੇ ਵਿੱਚ ਪਰਮੇਸ਼ਰ ਦੇ ਜਿਸ ਰੂਪ ਦੀ ਸਥਾਪਨਾ ਕੀਤੀ ਗਈ ਹੈ ਉਹਦੇ ਵਿੱਚ ਉਹਨੂੰ ਪੁਰਖ ਰੂਪ ਮੰਨਿਆ ਜਾਂਦਾ, ਪਰ ਪੁਰਖ ਰੂਪ ਦਾ ਮਤਲਬ ਪੁਰਸ਼ ਵਾਲਾ ਨਹੀਂ। ਪੁਰਖ ਦਾ ਮਤਲਬ ਹੈ ਜਿਹੜਾ ਸਗਲ ਆਕਾਰਾਂ ਨੂੰ ਸਾਜਣ ਵਾਲਾ ਹੈ। ਅਸੀਂ ਜਿਵੇਂ ਕਈ ਵਾਰੀ ਵਿਆਖਿਆ 'ਚ ਪੁਰਖ ਦੇ ਅਰਥ ਪੁਰਸ਼ ਕਰ ਦਿੰਦੇ ਹਾਂ, ਇਹ ਪੁਰਖ ਨਹੀਂ। ਇੱਥੇ ਪੁਰਖ ਦਾ ਅਰਥ ਹੈ ਜਿਹੜਾ ਸਾਰੀ ਜਿਹੜੀ ਰਚਨਾ ਕਰ ਰਿਹਾ ਹੈ, ਉਸ ਰਚਨਾ ਦੇ ਵਿੱਚੋਂ ਸਾਰੇ ਆਕਾਰ ਉਪਜਾ ਰਿਹਾ ਹੈ, ਸਾਰੇ ਰੰਗ ਪੈਦਾ ਕਰ ਰਿਹਾ ਹੈ। ਤਾਂ ਇਸੇ ਪ੍ਰਕਾਰ ਅਸੀਂ ਪੁਰਖ ਰੂਪ ਕਰਕੇ ਮੰਨਦੇ ਹਾਂ। ਅਤੇ ਉਸ ਪੁਰਖ ਰੂਪ ਦਾ ਲੱਛਣ ਕੀ ਹੈ ਕਿ ਉਹਦਾ ਕੋਈ ਰੂਪ, ਰੰਗ, ਆਕਾਰ, ਕੋਈ ਨਿਸ਼ਚਿਤ ਉਹਦਾ ਨਾਮ ਆਦਿਕ ਨਹੀਂ ਹੈ। ਪਰ ਜਿਹੜਾ ਸ਼ਾਕਤ ਬਿਰਤੀ ਵਾਲਾ ਬੰਦਾ ਹੁੰਦਾ ਹੈ, ਉਹ ਕਿਉਂਕਿ ਆਪ ਉਹਦਾ ਜੀਵਨ ਮਾਇਆ ਦੇ ਰੈਲਮ ਵਿੱਚ ਚੱਲ ਰਿਹਾ ਹੈ, ਅਤੇ ਇਸ ਕਰਕੇ ਉਹ ਪਰਮੇਸ਼ਰ ਦੀ ਕਲਪਨਾ ਵੀ ਇਸਤਰੀ ਰੂਪ ਦੇ ਵਿੱਚ ਕਰਦਾ ਹੈ। ਫਿਰ ਇਸਤਰੀ ਰੂਪ ਦੇ ਵਿੱਚ ਕਰਕੇ ਉਹਨੂੰ ਸ਼ਕਤੀ ਦੀ ਪੂਜਾ ਮੰਨਦਾ। ਇਸ ਕਰਕੇ ਭਾਰਤ ਦੇ ਵਿੱਚ 51 ਦੇਵੀ ਪੀਠ ਨੇ, ਉਹਦੇ ਵਿੱਚ 10 ਦੇਵੀਆਂ ਦੀ ਪੂਜਾ, ਉਹਦੇ 2 ਰੂਪਾਂ ਦੀ ਪੂਜਾ ਹੁੰਦੀ ਹੈ, ਸੌਮਿਆ ਰਸ ਅਤੇ ਰੁਦਰ ਰੂਪ ਦੀ। ਇਹ ਬੜਾ ਗਹਿਰਾ ਵਿਸ਼ਾ ਇਹਦੇ ਆਪਣੇ ਆਪ ਦੇ ਵਿੱਚ, ਪਰ ਇਹਦਾ ਭਾਵ ਆਪਦੇ ਸਨਮੁਖ ਰੱਖਾਂ। ਕਬੀਰ ਸਾਹਿਬ ਜੀ ਆਖਦੇ, ਸਾਕਤ ਸੰਗ ਨਾ ਕੀਜੀਐ। ਜਿਹਦੇ ਮਨੋਬਿਰਤੀ ਦੇ ਵਿੱਚ ਅਕਾਲ ਪੁਰਖ ਦਾ ਅਕਸ ਕਿਸੇ ਆਕਾਰ ਕਰਕੇ, ਉਹ ਵੀ ਜੈਂਡਰ ਦੇ ਨੁਕਤੇ ਤੋਂ ਵਸਿਆ ਹੋਇਆ ਹੈ, ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਦੀ ਪੂਜਾ ਕਰਨ ਵਾਲੇ ਦਾ ਸੰਗ ਵੀ ਨਹੀਂ ਕਰਨਾ ਚਾਹੀਦਾ। ਭਾਵ ਕਿ ਜਿੰਨੇ ਦੇਵੀ ਪੂਜਕ ਹਨ ਭਗਤ ਕਬੀਰ ਸਾਹਿਬ ਜੀ ਦੇ ਨੁਕਤੇ ਤੋਂ, ਉਹ ਦੇਵੀ ਪੂਜ ਦੀ ਆਰਾਧਨਾ ਭਾਵੇਂ ਸੌਮਿਆ ਰਸ ਤੋਂ ਕਰਦੇ ਹੋਣ, ਭਾਵੇਂ ਰੁਦਰ ਰੂਪ ਤੋਂ ਕਰਦੇ ਹੋਣ, ਰੌਦਰ ਰੂਪ ਜਿਹਨੂੰ ਕਹਿੰਦੇ ਹਾਂ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿਉਂਕਿ ਇਹਨਾਂ ਦੀ ਸੁਰਤ ਦਾ ਇੱਕ ਸੰਕਟ ਬਣ ਗਿਆ ਹੈ ਕਿ ਜਿਸ ਸੁਰਤ ਦੇ ਵਿੱਚ ਆਕਾਰ ਤੋਂ ਰਹਿਤ ਹੋ ਕੇ ਆਪਣੇ ਮਿਲੇ ਹੋਏ ਆਕਾਰ ਨੂੰ ਵੀ ਛੱਡਣਾ ਹੈ, ਉਹਨਾਂ ਨੇ ਉਸੇ ਅਧਿਆਤਮਿਕਤਾ ਅਤੇ ਇਸਤਰੀ ਆਕਾਰ ਨੂੰ ਕੇਂਦਰ ਬਣਾ ਲਿਆ ਹੈ। ਇਸ ਕਰਕੇ ਇਹਨਾਂ ਦੀ ਸੁਰਤ 'ਤੇ ਉਹ ਪ੍ਰਭਾਵ ਛਾਇਆ ਰਹੇਗਾ ਅਤੇ ਇਹ ਜਿਹੜੇ ਸਰੀਰ ਦੇ ਲਿੰਗਕ ਭੇਦ ਨੇ ਉਹਨਾਂ ਤੋਂ ਵੀ ਮੁਕਤ ਨਹੀਂ ਹੋ ਸਕਣਗੇ ਅਤੇ ਕਦੇ ਆਪਣੇ ਆਤਮ ਸਰੂਪ ਨੂੰ ਨਹੀਂ ਜਾਣ ਸਕਣਗੇ। ਇਸ ਕਰਕੇ ਅਜਿਹੇ ਪੁਰਸ਼ਾਂ ਦਾ ਇਹਦੇ ਵਿੱਚ ਕਈ ਆਉਂਦੇ ਹਨ। ਇਸ ਕਰਕੇ ਸਾਕਤ ਸੰਗ ਨਾ ਕੀਜੀਏ ਪਹਿਲਾ ਭਾਵ। ਦੂਜਾ ਭਾਵ ਸਾਕਤ ਸੰਗ ਨਾ ਕੀਜੀਏ ਕਿ ਜਿਹਦੇ ਜੀਵਨ ਵਿੱਚ ਮਾਇਆ ਦੇ ਰਸਾਂ ਕਸਾਂ ਦੀ ਬੜੀ ਭਰਮਾਰ ਹੈ। ਜਿਵੇਂ ਇਹ ਇਸ ਗੱਲ ਦਾ ਜਿਹੜੇ ਮਕਾਰ ਸ਼ਬਦ ਆਉਂਦੇ ਹਨ, ਇਹਨਾਂ ਦਾ ਜੇ ਕਿਤੇ ਗਹਿਰਾ ਜ਼ਿਕਰ ਕੀਤਾ ਜਾਏਗਾ ਤਾਂ ਉਹ ਅੱਜ ਤੱਕ ਵੀ ਉਵੇਂ ਰੈਲੇਵੈਂਟ ਹੈ। ਜਿਵੇਂ ਕਿ ਜਿਨ੍ਹਾਂ ਦੇ ਜੀਵਨ 'ਚ ਅੱਜ ਤੱਕ ਇਹਨਾਂ ਮਕਾਰਾਂ ਦੀ ਭਰਮਾਰ ਹੈ ਕਿ ਜਿਹੜੇ ਮਤੱਸਿਆ, ਮਾਸ, ਮदिरा ਅਤੇ ਮੈਥੁਨ ਦੇ ਕਰਮਾਂ ਦੇ ਵਿੱਚ ਰੁਚਿਤ ਰਹਿੰਦੇ ਹਨ ਹਰ ਵੇਲੇ,
ਔਰ ਇਹਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਜਦੋਂ ਸਾਕਤ ਕਹਿ ਤੇ ਉਹਨਾਂ ਦਾ ਇੱਕ ਅਰਥ ਇਹ ਵੀ ਹੈ ਕਿ ਜਿਨ੍ਹਾਂ ਦੀ ਸੁਰਤ ਇੱਧਰਲੀ ਮੁਖੀ ਰਹਿੰਦੀ ਹੈ। ਸੁਰ ਦਾ ਮਤਲਬ ਕੀ ਹੈ ਕਿ ਜਿਨ੍ਹਾਂ ਨੂੰ ਹਰ ਵੇਲੇ ਮਾਸ ਭਖਣ, ਸ਼ਰਾਬ ਆਦਿਕ ਦੀ ਬਿਰਤੀ, ਵਕਾਰੀ ਕਰਮਾਂ ਦਾ ਖਿਆਲ ਲੱਗਿਆ ਰਹਿੰਦਾ ਹੈ, ਇਹ ਵੀ ਸਾਕਤ ਦੀ ਸ਼੍ਰੇਣੀ 'ਚ ਹੀ ਆਉਂਦੇ ਨੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਕਤ ਸੰਗ ਨਾ ਕੀਜੀਏ, ਇਸ ਕਰਕੇ ਜਿਹਦੇ ਜੀਵਨ 'ਚ ਵਕਾਰਾਂ ਦੀ ਮਲੀਨਤਾ ਬੜੀ ਭਾਰੂ ਹੈ ਅਤੇ ਉਹ ਭਖਣ ਕਰਕੇ ਵੀ ਹੈ, ਇਕੱਲੀ ਖਿਆਲ ਕਰਕੇ ਨਹੀਂ, ਭਖਣ ਕਰਕੇ ਵੀ ਹੈ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਐਸੇ ਦਾ ਵੀ ਸੰਗ ਨਾ ਕਰੋ, ਦੂਰ ਰਹਿ ਜਾਈਏ ਭਾਗ। ਕਿਉਂ? ਕਿਉਂਕਿ ਉਹਦਾ ਸੰਗ ਇੰਨਾ ਜ਼ਿਆਦਾ ਮਲੀਨ ਹੈ, ਉਹਦੀ ਮਲੀਨਤਾ ਦਾ ਇੰਨੀ ਪ੍ਰਭਾਵ ਹੈ ਕਿ ਇੱਕ ਦਫਾ ਉਹਦੇ ਸੰਪਰਕ ਦੇ ਵਿੱਚ ਆ ਗਏ ਤਾਂ ਦੁਬਾਰਾ ਉਸ ਦੇ ਸੰਪਰਕ ਦੇ ਪ੍ਰਭਾਵ ਹੇਠੋਂ ਨਿਕਲਣਾ ਮੁਸ਼ਕਿਲ ਹੈ। ਇਸ ਕਰਕੇ ਕਹਿੰਦੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਅੱਗੇ ਉਦਾਹਰਣ ਦਿੰਦੇ ਨੇ, ਬਾਸਨ ਕਾਰੋ ਪਰਸੀਐ ਤਉ ਕਛ ਲਾਗੈ ਦਾਗ। ਹੁਣ ਇਸ ਗੱਲ ਦਾ ਪ੍ਰਮਾਣ ਆਪਦੇ ਸਨਮੁਖ ਰੱਖਾਂ। ਕਿਸੇ ਪ੍ਰਕਾਰ ਕਿ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੋਲੇ ਦੀ ਖਾਨ ਦੇ ਵਿੱਚ ਇੱਕ ਦਫਾ ਵੀ ਜਾਈਏ ਨਾ, ਜਿੰਨਾ ਮਰਜ਼ੀ ਬਚਾਵ ਕਰੀਏ, ਕਿਸੇ ਨਾ ਕਿਸੇ ਢੰਗ ਨਾਲ ਕਾਲਖ ਲੱਗ ਜਾਂਦੀ ਹੈ। ਤਾਂ ਜਦੋਂ ਇਹ ਮੱਤ ਆਰੰਭ ਹੋਇਆ ਸੀ, ਬੜੀ ਛੋਟੀ ਥੋੜ੍ਹਾ ਜਿਹਾ ਸਮੂਹ ਸੀ ਇਹਨਾਂ ਦਾ, ਅਤੇ ਬੜੇ ਲੋਕਾਂ ਕਿਹਾ ਚਲੋ ਕੋਈ ਨਾ, ਧਰਮ ਦੀ ਸਾਧਨਾ ਮਿਲਦੀ ਇਹਦੇ ਵਿੱਚ, ਦਾਖਲ ਹੋਣੇ ਸ਼ੁਰੂ ਹੋ ਗਏ ਅਤੇ ਇੱਕ ਸਮੇਂ ਪੂਰਾ ਭਾਰਤ ਹੀ ਇਹਦੀ ਲਪੇਟ ਦੇ ਵਿੱਚ ਆ ਗਿਆ। ਇਹਨੂੰ ਵਾਮਾਚਾਰ ਕਿਹਾ ਜਾਂਦਾ। ਅੱਜ ਵੀ ਉੜੀਸਾ ਆਦਿਕ ਪ੍ਰਦੇਸ਼ਾਂ ਵਾਲੇ ਦਾ ਜਿਹੜਾ ਪ੍ਰਚਲਨ ਚੱਲਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਬਾਸਨ ਕਾਰੋ ਪਰਸੀਐ ਤਉ ਕਛ ਲਾਗੈ ਦਾਗ। ਇੱਕ ਦਫਾ ਉਹਦਾ ਸੰਗ ਰਹਿਣ ਹੋ ਗਿਆ ਤਾਂ ਜੀਵਨ ਦੇ ਵਿੱਚ ਜਿਹੜੀ ਮਲੀਨਤਾ ਇੰਨੀ ਜ਼ਿਆਦਾ ਉਤਰ ਜਾਏਗੀ। ਹੁਣ ਇਸ ਪੱਖ ਨੂੰ ਅਸੀਂ ਹੋਰ ਤਰੀਕੇ ਨਾਲ ਜੇ ਵਾਚੀਏ ਤਾਂ ਗੁਰਬਾਣੀ 'ਚ 2-3 ਮਨੁੱਖਾਂ ਦਾ ਸੰਗ ਵਰਜਿਤ ਹੈ। ਇੱਕ ਹੈ ਨਿਗੁਰਾ ਬੰਦਾ, ਇੱਕ ਹੈ ਜਿਹੜਾ ਮਨਮੁਖ ਸੁਭਾਅ ਰੱਖਦਾ ਹੈ, ਇੱਕ ਹੈ ਸਾਕਤ ਸੰਗ ਅਤੇ ਇੱਕ ਹੈ ਅਕਿਰਤ ਕਣ। ਇਹਨਾਂ ਚਾਰਕ ਮੇਰੇ ਹੁਣ ਤੱਕ ਦੇ ਅਧਿਐਨ ਮੁਤਾਬਕ ਚਾਰਕ ਪੁਰਖਾਂ ਦਾ ਸੰਗ ਜਾਂ ਜਿਹੜੇ ਪ੍ਰਭੂ ਤੋਂ ਵਿਛੜੇ ਹੋਏ ਹਨ, ਇਹਨਾਂ ਤੋਂ ਮਨੁੱਖ ਦਾ ਸੰਗ ਵਰਜਿਤ ਹੈ। ਹੁਣ ਇਹਨਾਂ ਸਾਰਿਆਂ ਦੇ ਸੰਗ ਦੇ ਵਰਜਣ ਦਾ ਇੱਕ ਨਿਸ਼ਚਿਤ ਕਾਰਨ ਵੀ ਹੈ। ਜਿਹੜਾ ਮਨਮੁਖ ਹੈ ਉਹ ਜੀਵਨ ਨੂੰ ਖਿੱਚੇਗਾ ਪਰ ਖਿੱਚ ਨਹੀਂ ਸਕੇਗਾ। ਮਤਲਬ ਜਿਵੇਂ ਅਸੀਂ ਅਧਿਆਤਮਕ ਅਭਿਆਸ ਵਾਲੇ ਹਾਂ, ਕੋਈ ਗੁਰੂ ਦੇ ਪ੍ਰਤੀ ਨਹੀਂ ਪ੍ਰਤੀਤ ਰੱਖਣ ਵਾਲਾ, ਉਹ ਠੀਕ ਹੈ ਕਿ ਆਪਣੇ ਲੈਕਚਰ ਦੇ ਨਾਲ ਸਾਨੂੰ ਇਹ ਸਿੱਧ ਕਰ ਦੇਗਾ ਕਿ ਗੁਰੂ ਘਰ ਜਾਣ ਦਾ ਕੋਈ ਅਰਥ ਨਹੀਂ, ਪਰ ਜੇ ਸਾਡਾ ਆਪਣਾ ਨੇਮ, ਸਾਡੀ ਭਾਵਨਾ ਦ੍ਰਿੜ ਹੋਈ ਤਾਂ ਉਸ ਮਨਮੁਖ ਬੰਦੇ ਦਾ ਕੋਈ ਬਹੁਤਾ ਅਸਰ ਨਹੀਂ ਪਏਗਾ। ਫਿਰ ਇਸ ਕਰਕੇ ਜਿਹੜਾ ਕੁਸੰਗ ਹੈ ਉਹਦੇ ਤੋਂ ਵੀ ਅਸੀਂ ਆਪਣੀ ਸੰਭਾਲ ਆਪ ਹੀ ਕਰ ਲੈਂਦੇ ਹਾਂ ਕਿ ਇਹਨਾਂ ਦੇ ਕੋਲ ਬੈਠਿਆਂ ਸਾਡੀ ਜਿਹੜੇ ਅੰਦਰਲੇ ਹਿੱਸੇ ਹਨ ਪ੍ਰਭਾਵਿਤ ਹੋਣਗੇ। ਇਸੇ ਪ੍ਰਕਾਰ ਜਿਹੜਾ ਕਿਰਤ ਘਣਾ ਦਾ ਹੈ ਉਹਨੂੰ ਵੈਸੇ ਅਸੀਂ ਸਮਾਜਿਕ ਤੌਰ 'ਤੇ ਚੰਗਾ ਨਹੀਂ ਸਮਝਦੇ, ਪਰ ਜਿਹੜਾ ਸਾਕਤ ਪੁਰਸ਼ ਦਾ ਸੰਗ ਹੈ, ਇਸ ਕਰਕੇ ਜਦੋਂ ਭਗਤ ਕਬੀਰ ਸਾਹਿਬ ਜੀ ਨੇ ਸਾਕਤ ਸ਼ਬਦ ਵਰਤਿਆ ਹੈ ਤਾਂ ਉਹਦਾ ਭਾਵ ਹੈ ਕਿ ਬੰਦੇ ਦੀਆਂ ਅੰਦਰੂਨੀ ਬਿਰਤੀਆਂ ਦੀ ਤੀਖਣ ਪਹਿਚਾਣ ਹੋਵੇ। ਉਹ ਵੀ ਤਾਂ ਕਰਕੇ ਕਿ ਤੁਸੀਂ ਅਧਿਆਤਮਕ ਅਭਿਆਸ ਦੇ ਵਿੱਚ ਪਏ ਹੋਏ ਹੋ। ਇਸ ਕਰਕੇ ਕਿਉਂਕਿ ਜਦੋਂ ਦੇਹ ਨੇੜੇ ਬੈਠਦੀ ਹੈ ਅਤੇ ਦੇਹ ਵਾਈਬ੍ਰੇਟਿੰਗ ਹੁੰਦੀ ਹੈ, ਉਹਦੀਆਂ ਉਹ ਤਰੰਗਾਂ ਛੱਡਦੀ ਹੈ, ਅਤੇ ਜੇ ਤੁਹਾਡੀ ਦੇਹ ਭਗਤੀ ਦੇ ਕਰਮ ਨਾਲ ਚਾਰਜਡ ਨਹੀਂ ਹੋਈ ਤਾਂ ਉਹਦੀ ਦੇਹ ਦੀ ਉਹ ਤਰੰਗਣਾ ਨੂੰ ਪ੍ਰਵਾਨ ਕਰੇਗੀ, ਅਤੇ ਜੇ ਉਹਦੇ ਕਰਮ ਨੂੰ ਵੀ ਪ੍ਰਵਾਨ ਕਰ ਲਿਆ ਤਾਂ ਸਮਝ ਲਓ ਉਹਦੇ ਅਧੀਨ ਹੋ ਜਾਏਗੀ। ਇਸ ਕਰਕੇ ਸਾਕਤ ਦਾ ਭਾਵ ਇਹ ਹੈ ਉਹ ਸਾਰੀਆਂ ਮਨਮੁਖੀ ਕੁਸੰਗੀ ਜਿਹੜੀਆਂ ਮਲੀਨ ਬਿਰਤੀਆਂ ਹਨ, ਜਿਸ ਮਨੁੱਖ ਦੀ ਸੁਰਤ ਉੱਪਰ ਛਾਈਆਂ ਰਹਿੰਦੀਆਂ ਹਨ, ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਕਤ ਸੰਗ ਨਾ ਕੀਜੀਏ, ਦੂਰ ਰਹਿ ਜਾਈਏ ਭਾਗ। ਇਸ ਕਰਕੇ ਅਧਿਆਤਮਕ ਜਿਹੜਾ ਸਤਸੰਗੀ ਬੰਦਾ ਹੈ, ਉਹਦੇ ਜਿੰਨੇ ਵੀ ਸੰਗੀ ਹਨ ਉਹਨਾਂ ਦੀ ਉਹਨੂੰ ਹਰੇਕ ਰੂਪ ਤੋਂ ਤੀਖਣ ਪਹਿਚਾਣ ਹੋਣੀ ਚਾਹੀਦੀ ਹੈ, ਕਿਉਂਕਿ ਉਹਦੇ ਨਾਲ ਰੋਜ਼ ਵਿਚਾਰਾਂ ਦੀ ਸਾਂਝ ਕਰਦਾ, ਉਹਦੇ ਨਾਲ ਉੱਠਦਾ ਬੈਠਦਾ ਸਭ ਕੁਝ ਕਰਦਾ ਹੈ। ਉਹਦੇ ਅੰਦਰਲੇ ਮਾਨਸਿਕ ਜਿਹੜੇ ਖਿਆਲ ਚੱਲਦੇ ਨੇ ਉਹਦੀ ਵੀ ਤੀਖਣ ਪਹਿਚਾਣ ਹੋਣੀ ਚਾਹੀਦੀ ਕਿ ਮਨਮੁਖੀ ਜਿਉ ਰਿਹਾ ਹੈ, ਕੁਸੰਗੀ ਜਿਉ ਰਿਹਾ, ਕਿ ਇਹਦੇ ਅੰਦਰ ਸਾਕਤ ਬਿਰਤੀਆਂ ਦੀ ਭਰਮਾਰ ਹੈ। ਜਿਵੇਂ ਇਸ ਗੱਲ ਨੂੰ ਜੇ ਹੋਰ ਅਸੀਂ ਥੋੜ੍ਹਾ ਵਿਸਥਾਰ 'ਚ ਲਿਜਾਈਏ ਤਾਂ ਜਿਹੜੀ ਸਾਕਤਤਾ ਹੈ ਇਹ ਹਰੇਕ ਪੰਥ ਦੇ ਵਿੱਚ ਕਿਤੇ ਨਾ ਕਿਤੇ ਥੋੜ੍ਹੇ ਬਹੁਤੇ ਰੂਪ 'ਚ ਚੱਲ ਹੀ ਪੈਂਦੀ ਹੈ। ਬਹੁਤੇ ਰੂਪ ਵਿੱਚ ਚੱਲਣ ਦਾ ਮਤਲਬ ਕੀ ਹੈ ਕਿ ਮਨੁੱਖ ਜਿਹੜਾ ਧਰਮ ਦਾ ਉਚੇਰਾ ਰੂਪ ਹੁੰਦਾ ਹੈ, ਜਿਹਦੇ ਵਿੱਚ ਤਿਆਗ ਕਰਨਾ ਪੈਂਦਾ ਹੈ, ਜਿਹਦੇ ਵਿੱਚ ਤਪ ਕਰਨਾ ਪੈਂਦਾ ਹੈ, ਕਈ ਵਾਰੀ ਉਨਾ ਬੰਦਾ ਤਿਆਰ ਨਹੀਂ ਹੁੰਦਾ। ਜਿਵੇਂ ਧਰਮ ਦਾ ਇੱਕ ਆਦਰਸ਼ ਆਖਦਾ ਜੀ ਸਾਦਾ ਸੰਤੁਸ਼ਟ ਭੋਜਨ ਖਾਓ, ਕਿਉਂਕਿ ਉਹਦੇ ਨਾਲ ਤੁਹਾਡੇ ਜੀਵਨ ਦੀ ਆਜੂ ਸਾਰਾ ਕੁਝ ਠੀਕ ਬਣਿਆ ਰਹੇ। ਜਦੋਂ ਇਹ ਸਬਰ ਸੰਤੋਖ ਦੀ ਗੱਲ ਕੀਤੀ ਜਾਂਦੀ ਥੋੜ੍ਹੇ ਕਿ ਸਹਿਮਤ ਹੁੰਦੇ ਨੇ, ਅਤੇ ਜਦੋਂ ਇਹ ਧਰਮ ਦੇ ਨੁਕਤੇ ਤੋਂ ਇਹ ਖੁੱਲ੍ਹ ਦੇ ਦਿਓ ਜਾਂ ਮਰਜ਼ਾਦਾ ਤੋਂ ਲੰਘ ਕੇ ਇਹ ਗੱਲ ਕਹਿ ਦਿਓ ਕਿ ਸਭ ਕੁਝ ਦੀ ਆਗਿਆ ਹੈ, ਤਾਂ ਦੁਖੀ ਦੇਖੋ ਕਿੱਡੀ ਵੱਡੀ ਗਿਣਤੀ ਖੜੀ ਹੋ ਜਾਏਗੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਤੀਖਣ ਬਿਰਤੀਆਂ ਦੀ ਪਛਾਣ। ਇਸ ਕਰਕੇ ਜਿਹੜੇ ਧਾਰਮਿਕ ਜਗਤ ਵਿੱਚ ਇਸ ਤਰ੍ਹਾਂ ਦੇ ਮਕਾਰਾਂ ਦਾ ਪ੍ਰਵੇਸ਼ ਕਰਾਉਣਾ ਚਾਹੁੰਦੇ ਹਨ
ਜਾਂ ਉਹਨਾਂ ਦੀ ਭਾਵਨਾ ਹੈ ਜਾਂ ਉਹ ਕਰਦੇ ਹਨ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹੋ ਜਿਹਿਆਂ ਦੇ ਸੰਗ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ। ਕਿਉਂਕਿ ਇੱਕ ਦਫਾ ਬਾਸਨ ਕਾਰੋ ਪਰਸੀਐ ਤਾਉ ਕਛ ਲਾਗੈ ਦਾਗ, ਇੱਕ ਦਫਾ ਇਹਨਾਂ ਦਾ ਕੀਤਾ ਹੋਇਆ ਸੰਗ ਸਾਰੇ ਜੀਵਨ ਨੂੰ ਪ੍ਰਭਾਵਿਤ ਕਰ ਦਿੰਦਾ ਹੈ। ਜਿਵੇਂ ਕੋਲੇ ਦੀ ਖਾਣ ਦੇ ਵਿੱਚ, ਇਸੇ ਪ੍ਰਕਾਰ ਅਸੀਂ ਗੁਰਬਾਣੀ ਦੇ ਵਿੱਚ ਨਾ ਇੱਕ ਵਾਕ ਆਉਂਦਾ ਹੈ, ਸਾਕਤ ਬਚਨ ਬਿਛੂਆ ਜਿਉਂ ਡਿਸਾਨਾ ਤਜ ਸਾਕਤ ਪਰੈ ਪਰਾਰੇ, ਕਿ ਜਿਹੜਾ ਸਾਕਤ ਦਾ ਬਚਨ ਹੈ ਉਹ ਬਿਛੂ ਵਾਂਗ ਡਸਦਾ ਹੈ, ਅਤੇ ਬਿਛੂ ਦੀ ਜ਼ਹਿਰ ਕਹਿੰਦੇ ਇੰਨੀ ਭਿਆਨਕ ਹੈ ਕਿ ਕਈ ਬੰਦੇ ਦੀ ਮੌਤ ਹੋ ਜਾਂਦੀ ਹੈ। ਇਸੇ ਪ੍ਰਕਾਰ ਕਹਿੰਦੇ ਸਾਕਤ ਮੁਖੀ ਬਿਰਤੀਆਂ ਵਾਲੇ ਬੰਦੇ ਦੇ ਵਚਨ, ਉਹਦਾ ਅਭਿਆਸ, ਉਹਦੀ ਨਿਕਟਤਾ ਕਈ ਵਾਰੀ ਇੰਨੀ ਭਿਆਨਕ ਹੋ ਜਾਂਦੀ ਹੈ ਕਿ ਮਨੁੱਖ ਦਾ ਸਾਰਾ ਜੀਵਨ ਹੀ ਮਲੀਨ ਹੋ ਜਾਂਦਾ, ਕਿਉਂਕਿ ਇੱਕ ਦਫਾ ਸੰਗ ਕਰਾਉਣਾ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਬਾਸਨ ਕਾਰੋ ਪਰਸੀਐ ਤਾਉ ਕਛ ਲਾਗੈ ਦਾਗ। ਇਹਦੇ ਵਿੱਚ ਜਿਹੜਾ ਇੱਕ ਹੋਰ ਵੀ ਸ਼ਾਕਤ ਮਤ ਦੇ ਅੰਤਰਗਤ ਤੰਤਰ ਦਾ ਵੀ ਬੜਾ ਵੱਡਾ ਅਭਿਆਸ ਚੱਲਿਆ, ਜਿਹਦੇ ਵਿੱਚ ਉਹ ਦੇਵੀ ਪੂਜ ਬੜੇ ਵੱਡੇ ਭਿਆਨਕ ਤਰੀਕੇ ਨਾਲ ਕਰਦੇ ਹਨ। ਪਰ ਸਾਡਾ ਜਿਹੜਾ ਭਗਤ ਕਬੀਰ ਸਾਹਿਬ ਜੀ ਦਾ ਗੁਰਮਤਿ ਉਪਦੇਸ਼ ਹੈ ਇਸ ਸ਼ਲੋਕ ਦੇ ਵਿੱਚ, ਉਹ ਇਹੀ ਹੈ ਕਿ ਜਿਸ ਬੰਦੇ ਦੀ ਸੁਰਤ ਮਕਾਰਾਂ ਦੇ ਕਿਸੇ ਵੀ ਤਰ੍ਹਾਂ ਦੇ ਸੁਭਾਅ ਕਰਕੇ ਮਲੀਨ ਹੈ, ਉਹਦਾ ਕਿਸੇ ਪ੍ਰਕਾਰ ਕਰਕੇ ਵੀ ਸੰਗ ਮਨੁੱਖ ਨੂੰ, ਖਾਸ ਕਰਕੇ ਜਿਹੜਾ ਅਧਿਆਤਮਿਕ ਜਗਿਆਸੂ ਹੈ, ਉਹਨੂੰ ਨਹੀਂ ਕਰਨਾ ਚਾਹੀਦਾ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿਉਂਕਿ ਉਹਦੇ ਪ੍ਰਭਾਵ ਬੜੇ ਵੱਖੋ ਤੌਰ 'ਤੇ ਪੈਣਗੇ। ਜੇ ਨੈਤਿਕ ਤੌਰ 'ਤੇ ਪੈ ਗਏ ਤਾਂ ਧਰਮ ਦੀ ਸਾਧਨ ਤੁਸੀਂ ਮੰਨ ਲਓਗੇ ਕਿ ਐਨਰਜੀ ਪ੍ਰਾਪਤ ਕਰੀਏ, ਅਤੇ ਐਨਰਜੀ ਦੇ ਨਾਲ ਸੁਖਮਨਾ ਨਾੜੀ ਖੁੱਲ੍ਹੇਗੀ ਅਤੇ ਕੁੰਡਲਨੀ ਜਾਗ ਜਾਏਗੀ, ਅਤੇ ਅਸੀਂ ਜਿਹੜੇ ਸ਼ਿਵ ਦੇ ਨਾਲ ਭੇਦ ਹੋ ਜਾਵਾਂਗੇ। ਪਰ ਕਹਿੰਦੇ ਇਸ ਤਰ੍ਹਾਂ ਥੋੜ੍ਹਾ ਗੱਲ ਹੈ। ਅਸਲ 'ਚ ਤਾਂ ਇਹ ਹੈ ਕਿ ਜਦੋਂ ਆਪਣੇ ਮਨ ਬੁੱਧ ਸੁਰਤ ਸਰੂਪ ਦੀ ਪਹਿਚਾਣ ਕਰਾਂਗੇ, ਫਿਰ ਉਹਨਾਂ ਦੇ ਅਸਲ ਨੂੰ ਕਮਾਵਾਂਗੇ। ਜਦੋਂ ਅਸਲ ਕਮਾਏ ਗਏ ਤਾਂ ਉਦੋਂ ਸਾਡਾ ਜੀਵਨ ਗੁਰਮੁਖੀ ਹੋਵੇਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਬਾਸਨ ਕਾਰੋ ਪਰਸੀਐ ਤਾਉ ਕਛ ਲਾਗੈ ਦਾਗ। ਕਾਲਖ ਦੇ ਨਿਕਟ ਜਾਣ ਦੇ ਨਾਲ, ਉਹਦੇ ਵਿੱਚ ਗੁਜ਼ਰਨ ਦੇ ਨਾਲ, ਕਿ ਭਗਤ ਕਬੀਰ ਸਾਹਿਬ ਜੀ ਕਹਿੰਦੇ ਤਾਉ ਕਛ ਲਾਗੈ ਦਾ, ਕੁਝ ਨਾ ਕੁਝ ਤਾਂ ਜਿਹੜਾ ਜ਼ਰੂਰ ਲੱਗੇਗਾ। ਇਹਦਾ ਭਾਵ ਕੀ ਹੈ ਕਿ ਜੇ ਉਹਨਾਂ ਦਾ ਪੂਜਾ ਵਿਧਾਨ ਦੇਖੋਗੇ ਤਾਂ ਤੁਹਾਡੀ ਜਿਹੜੀ ਅਧਿਆਤਮਿਕ ਪੂਜਾ ਹੈ ਉਹਦੇ ਵਿੱਚ ਇੱਕ ਖੜੋਤ ਆ ਜਾਏਗੀ। ਜੇ ਉਹਨਾਂ ਦਾ ਨੈਤਿਕ ਵਿਵਹਾਰ ਦੇਖੋਗੇ ਤਾਂ ਤੁਹਾਡੇ ਜੀਵਨ ਦੇ ਕਰਮ ਭ੍ਰਸ਼ਟ ਹੋਣਗੇ, ਅਤੇ ਜੇ ਉਹਨਾਂ ਦਾ ਸੰਗ ਕਰੋਗੇ ਤਾਂ ਤੁਹਾਡੀ ਜਿਹੜੀ ਜੀਵਨ ਦੀ ਪਹਿਲੀ ਕਮਾਈ ਹੋਈ ਪ੍ਰਤੀਤ ਹੈ, ਕਮਾਈ ਹੈ, ਉਹ ਸਾਰੀ ਮਲੀਨ ਹੋ ਜਾਵੇਗੀ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਨੂੰ ਬਖਸ਼ਿਸ਼ ਕਰਦੇ ਨੇ। ਭਗਤ ਕਬੀਰ ਸਾਹਿਬ ਜੀ ਦੇ ਵਾਕ ਹਨ, ਕਬੀਰ ਸਾਕਤ ਐਸਾ ਹੈ ਜੈਸੀ ਲਸਨ ਕੀ, ਖਾਨ ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਦਾਨ। ਹੁਣ ਤਾਂ ਚਲੋ ਅਸੀਂ ਪੰਜਾਬ ਵਾਲੇ ਇੰਨਾ ਪੜ੍ਹਦੇ ਨਹੀਂ, ਜੇ ਕਿਤੇ ਸ਼ਾਕਤ ਮਤ ਦੇ ਗ੍ਰੰਥ, ਜਿਵੇਂ ਮੈਂ ਸ਼ਕਤੀ ਪੁਰਾਣਾ ਦਾ ਜ਼ਿਕਰ ਕੀਤਾ ਹੈ, ਦੇਵੀ ਭਾਗਵਤ ਪੁਰਾਣ, ਕਾਲਕਾ ਪੁਰਾਣ, ਮਾਰਕੰਡੇ ਪੁਰਾਣ, ਇਹ ਗ੍ਰੰਥ ਪੜ੍ਹੇ ਜਾਣ ਤਾਂ ਬੰਦੇ ਨੂੰ ਦੀਰਘ ਤਰੀਕੇ ਨਾਲ ਪਤਾ ਲੱਗ ਜਾਂਦਾ ਹੈ ਕਿ ਜਿਹੜੀ ਇਸਤਰੀ ਰੂਪ ਦੀ ਪੂਜਾ ਹੈ ਉਹ ਵੀ ਇੱਕ ਹੋਰ ਰੂਪ ਦੇ ਨਾਲ, ਜਿਹੜੇ ਕਮਾਖਿਆ ਬਾਰੇ ਜਾਣਦੇ ਹਨ ਇਸ ਗੱਲ ਨੂੰ ਵਧੇਰੇ ਸਮਝ ਲੈਣਗੇ ਕਿ ਕਮਾਖਿਆ ਦੀ ਪੂਜਾ ਕੀ ਹੈ, ਕਿ ਜਿਹਦੇ ਅੰਦਰ ਇਸ ਤਰ੍ਹਾਂ ਦੀ ਖੜੋਤ ਵਾਪਰ ਗਈ, ਉਹਨੂੰ ਤਾਂ ਪਹਿਲਾਂ ਹੀ ਉਹ ਕਿਸੇ ਆਕਾਰ ਵਿੱਚ ਆਇਆ ਹੋਇਆ ਹੈ, ਅਤੇ ਆਕਾਰ ਤੋਂ ਛੁੱਟ ਕੇ ਉਹਨੇ ਨਿਰਾਕਾਰ ਵਿੱਚ ਭੇਦ ਹੋਣਾ ਹੈ। ਪਰ ਜੇ ਉਹਨੇ ਆਪਣੀ ਪੂਜਾ ਦਾ ਕਰਮ ਹੀ ਇਸਤਰੀ ਆਕਾਰ ਬਣਾ ਲਿਆ ਤਾਂ ਇਹਦਾ ਮਤਲਬ ਹੈ ਕਿ ਉਹ ਬੜੀ ਵੱਡੀ ਮਲੀਨਤਾ ਜਾਂ ਬੜੀ ਵੱਡੀ ਖੜੋਤ ਵਿੱਚ ਰਹੇਗਾ, ਅਤੇ ਉਹ ਆਪਣੀ ਦੇਹ ਦੇ ਆਕਾਰਾਂ ਤੋਂ ਵੀ ਮੁਕਤੀ ਨਹੀਂ ਪਾ ਸਕੇ। ਗੁਰਬਾਣੀ 'ਚ ਇੱਕ ਵਾਕ ਆਉਂਦਾ ਹੈ ਕਿ ਭਗਤ ਕਬੀਰ ਸਾਹਿਬ ਜੀ ਅਕਾਲ ਪੁਰਖ ਦੇ ਸੰਬੰਧ ਵਿੱਚ ਆਖਦੇ ਹਨ, ਨਾਰੀ ਤੇ ਜੋ ਪੁਰਖ ਕਰਾਵੈ ਪੁਰਖਨ ਤੇ ਜੋ ਨਾਰੀ। ਅਤੇ ਉਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਐਸੇ ਅਕਾਲ ਪੁਰਖ ਦੀ ਸਮਰੱਥਾ ਨੂੰ ਅਸੀਂ ਨਮਸਕਾਰ ਕਰਦੇ ਹਾਂ। ਇਸ ਵਾਕ ਦੀ ਡੈਂਸਿਟੀ ਇਹ ਹੈ ਕਿ ਜਦੋਂ ਮੈਨ ਦੇ ਅੰਦਰ ਗਿਆਨ ਹੁੰਦਾ ਹੈ, ਉਹਦੇ ਅੰਦਰ ਫੋਰਸ ਹੁੰਦਾ ਹੈ, ਪਰ ਉਹਦੇ ਫੋਰਸ ਦੇ ਅੰਦਰ ਜਿਹੜੇ ਇਮੋਸ਼ਨ ਨਹੀਂ ਜਾਗਦੇ, ਜਾਂ ਉਹਦੇ ਅੰਦਰ ਜਿਹੜੀ ਇਸਤਰੀ ਤਵ ਦੀ ਫੈਮਿਨਾਈਨ ਅਸਥੈਟਿਕਸ ਨੁਕਤੇ ਨਹੀਂ ਜਾਗਦੇ, ਉਨਾ ਚਿਰ ਬੰਦਾ ਕੰਪਲੀਟ ਨਹੀਂ ਹੁੰਦਾ। ਅਤੇ ਇਸੇ ਪ੍ਰਕਾਰ ਇਸਤਰੀ ਦੇ ਅੰਦਰ ਗਿਆਨ ਜਗਾ ਕੇ ਉਹਨੂੰ ਉਹਦੇ ਸਾਰੇ ਆਕਾਰ ਦੇ ਭੇਦ ਤੋਂ ਮੁਕਤ ਕਰਾ ਕੇ ਜਿਹੜਾ ਪਰਮ ਰੂਪ ਦੇ ਵਿੱਚ ਸਾਜਦਾ ਹੈ, ਜਿੰਨਾ ਚਿਰ ਬੰਦੇ ਦੀ ਇਹ ਸੁਰਤ ਨਹੀਂ ਜਾਗਦੀ, ਉਨਾ ਚਿਰ ਮਨੁੱਖ ਉਸ ਪ੍ਰਭੂ ਦੇ ਵਿੱਚ ਅਭੇਦ ਨਹੀਂ ਹੋ ਸਕਦਾ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਬੀਰਾ ਰਾਮ ਨ ਚੇਤਿਓ ਜਰਾ ਪਹੁੰਚਿਓ ਆਏ। ਹੁਣ ਭਗਤ ਕਬੀਰ ਸਾਹਿਬ ਜੀ ਅਗਲੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ ਕਿ ਜਦੋਂ ਅਸੀਂ ਜੀਵਨ ਦੀ ਸੰਭਾਲ ਨਹੀਂ ਕਰਦੇ, ਜੀਵਨ ਦੀ ਸੰਭਾਲ ਨਾ, ਹੁਣ ਵੈਸੇ ਵੀ ਸਾਡਾ ਨਾ ਇੱਕ ਫਿਤਰਤ ਹੈ, ਸਾਰੇ ਭਾਰਤ ਦੀ, ਸਾਰੇ ਏਸ਼ੀਆ ਦੀ ਫਿਤਰਤ ਹੈ ਕਿ ਇਹ ਜੀਵਨ ਦੇ ਮੌਕੇ ਨੂੰ ਅਚੇਤਤਾ ਦੇ ਵਿੱਚ ਗਵਾਉਂਦਾ ਹੈ। ਜਦ ਗੁਜ਼ਰ ਜਾਂਦਾ ਹੈ ਤਾਂ ਉਹਦੀ ਫਿਰ ਜਿਹੜੀ ਪ੍ਰਸੰਗਿਕਤਾ ਹੁੰਦੀ ਉਹਨੂੰ ਸੰਭਾਲਦਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰਾ ਰਾਮ ਨਾ ਚੇਤਿਓ,
ਇਸ ਕਰਕੇ ਯਾਦ, ਜਿਵੇਂ ਕਈ ਵਾਰੀ ਨਾ ਕੁਝ ਬੰਦਿਆਂ ਨੇ ਆਪਣੇ ਲਈ ਪੱਕਾ ਇੱਕ ਲਿਖਿਆ ਹੁੰਦਾ ਹੈ ਵਾਕ, ਤਾਂ ਮੇਰਾ ਇੱਕ ਕੋਈ ਨਿਕਟ ਵਰਤੀ ਸੀ, ਉਹਨੇ ਲਿਖ ਕੇ ਕਿਸੇ ਦਫਾ ਵਿਆਖਿਆ ਸੁਣੀ, ਲਿਖ ਕੇ ਰੱਖਿਆ ਹੋਇਆ ਸੀ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਮੈਂ ਇੱਕ ਦਫਾ ਪੁੱਛਿਆ ਕਿਉਂ ਲਿਖਿਆ? ਕਹਿੰਦਾ ਜਦੋਂ ਦੀ ਵਿਆਖਿਆ ਸਰਵਣ ਕੀਤੀ ਇਸ ਵਾਕ ਦੀ, ਉਦੋਂ ਦੀ ਸਮਝ ਆ ਗਈ ਹੈ ਕਿ ਮੈਲ ਉਦੋਂ ਹੀ ਭਰਨੀ ਸ਼ੁਰੂ ਹੋ ਗਈ ਸੀ ਜਿੱਦਣ ਸਾਡਾ ਜਨਮ ਹੋਇਆ। ਇਸ ਕਰਕੇ ਰੋਜ਼ਾਨਾ ਇਹ ਵਾਕ ਸੁਚੇਤ ਕਰਦਾ ਰਹਿੰਦਾ ਕਿ ਆਪਣੇ ਜੀਵਨ ਦੇ ਵਿੱਚ ਮੈਲ ਦੀ ਜਿਹੜੀ ਦਾਖਲ ਹੈ ਉਹਨੂੰ ਘਟਾਉਣਾ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰਾ ਰਾਮ ਨਾ ਚੇਤਿਓ, ਜੀਵਨ ਦਾ ਆਰੰਭ ਸਿਮਰਨ ਦੇ ਨਾਲ ਹੋਇਆ। ਅਸੀਂ ਬਾਣੀ 'ਚ ਵਾਕ ਪੜ੍ਹਦੇ ਹਾਂ, ਸਤਿਗੁਰੂ ਸਾਹਿਬ ਜੀ ਦੇ ਆਨੰਦ ਸਾਹਿਬ 'ਚ ਰੋਜ਼ਾਨਾ ਪੜ੍ਹਦੇ ਹਾਂ ਕਿ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਉਹਦੇ ਵਿੱਚ ਜ਼ਿਕਰ ਆਉਂਦਾ, ਮਾਤਾ ਕਿ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋਂ ਵਿਸਾਰੀਏ। ਹੁਣ ਇਸ ਗੱਲ ਦੀ ਸਾਇੰਸ ਖੋਜ ਕਰ ਰਹੀ ਹੈ, ਅਜੇ ਕੋਈ ਥੋ ਸਿੱਟਾ ਪਤਾ ਨਹੀਂ ਲੱਗਾ, ਪਰ ਇੰਨਾ ਕੁ ਸਪਸ਼ਟ ਹੋ ਗਏ ਹਨ ਕਿ ਜਿਹੜੀ ਉਸ ਵਕਤ ਬੰਦੇ ਦੇ ਅੰਦਰ ਸਾਊਂਡ ਚੱਲਦਾ ਹੈ, ਜਿਹਨੂੰ ਅਸੀਂ ਗੁਰਬਾਣੀ 'ਚ ਸਿਮਰਨ ਕਿਹਾ ਗਿਆ ਹੈ, ਕਹਿੰਦੇ ਉਹ ਜਿਹੜਾ ਸਾਊਂਡ ਹੈ ਉਹ ਉਸ ਬੰਦੇ ਦੀ ਅੰਦਰਲੀ ਐਨਰਜੀ ਅਤੇ ਉਹਦੇ ਅੰਦਰ ਜਿਹੜੀ ਸਰੀਰਕ ਗਤੀਵਿਧੀਆਂ ਨੇ ਉਹਨਾਂ ਸਾਰਿਆਂ ਨੂੰ ਪਾਲਦਾ ਹੈ। ਤਾਂ ਇਸੇ ਪ੍ਰਕਾਰ ਜੋ ਸਾਇੰਸ ਨੇ ਚਲੋ ਅਜੇ ਖੋਜਣਾ ਹੈ, ਧਰਮ ਦਾ ਨਿਰਣਾ ਬੜਾ ਬਰੀਕ ਇਹਦੇ ਵਿੱਚ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੀਵਨ ਦਾ ਆਰੰਭ ਸਿਮਰਨ ਦੇ ਵਿੱਚ ਹੈ, ਪਰ ਉਹ ਸਿਮਰਨ ਦਾ ਅਭਿਆਸ ਜਗਤ ਵਿੱਚ ਆਉਂਦਿਆਂ ਛੁੱਟ ਗਿਆ। ਨਾ ਉਹਨੂੰ ਬਚਪਨ ਦੇ ਪੱਧਰ 'ਤੇ ਸੰਭਾਲਿਆ, ਨਾ ਜੋਬਨ ਅਵਸਥਾ ਦੇ ਪੱਧਰ 'ਤੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਬੀਤਦਿਆਂ ਜਰਾ ਭਾਵ ਬਿਰਧ-ਪੁਣਾ ਆ ਗਿਆ, ਸਰੀਰ ਬਿਰਧ ਹੋ ਗਿਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਹੁਣ ਜਦੋਂ ਇਸ ਤਰ੍ਹਾਂ ਦੀ ਹਾਲਤ ਵਾਪਰ ਗਈ ਹੈ, ਲਾਗੀ ਮੰਦਰ ਦੁਆਰ 'ਤੇ, ਜਦੋਂ ਘਰ ਦੇ ਵਿੱਚ ਅੱਗ ਲੱਗ ਜਾਵੇ ਅਤੇ ਜੇ ਮੇਨ ਦਰਵਾਜ਼ਾ ਖੁੱਲ੍ਹਾ ਹੋਵੇ ਭੱਜ ਜਾਈਦਾ, ਜੇ ਮੇਨ ਦਰਵਾਜ਼ੇ 'ਤੇ ਹੀ ਅੱਗ ਲੱਗ ਜਾਏ ਤਾਂ ਬੰਦਾ ਭੱਜ ਕੇ ਕਿੱਧਰ ਜਾਏਗਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਮਨੁੱਖਾ ਜੀਵਨ ਸੀ, ਹੁਣ ਮਨੁੱਖਾ ਜੀਵਨ ਦੇ ਵਿੱਚ ਜਿਹੜੀਆਂ ਅਵਸਥਾਵਾਂ ਮਿਲੀਆਂ, ਉਹਨਾਂ ਅਵਸਥਾ ਦੇ ਵਿੱਚ ਪ੍ਰਭੂ ਕਰਮ ਦਾ ਅਭਿਆਸ ਕਰਕੇ ਮੁਕਤ ਹੋਇਆ ਜਾ ਸਕਦਾ ਸੀ। ਪਰ ਜਦੋਂ ਹਰੇਕ ਅਵਸਥਾ ਹੀ ਮਾਇਆ ਕਰਕੇ ਮਲੀਨ ਹੋ ਗਈ ਹੈ, ਪ੍ਰਭੂ ਤੋਂ ਬੇਮੁਖਤਾਈ ਕਰਕੇ ਗਿਰਾਵਟ ਵਾਲੀ ਹੋ ਗਈ, ਅਤੇ ਫਿਰ ਮਨੁੱਖ ਦੇ ਜੀਵਨ ਦੀ ਸੰਭਾਲ ਕਿਸ ਪ੍ਰਕਾਰ ਹੋਏਗੀ। ਹੁਣ ਭਗਤ ਕਬੀਰ ਸਾਹਿਬ ਜੀ ਨੇ ਜਰਾ ਸ਼ਬਦ ਵਰਤਿਆ। ਗੁਰਬਾਣੀ ਦੀ ਜੇ ਸ਼ਬਦਾਵਲੀ ਨੂੰ ਗਹਿਰਾ ਵਾਚਿਆ ਜਾਏ ਤਾਂ ਬਹੁਤ ਡੂੰਘੀ ਸ਼ਬਦਾਵਲੀ ਹੈ ਗੁਰਬਾਣੀ ਦੀ। ਹੁਣ ਅਸੀਂ ਬੁਢਾਪਾ ਸ਼ਬਦ ਵਰਤਦੇ ਹਾਂ, ਬੁਢਾਪਾ ਅਤੇ ਜਰਾ ਦੇ ਵਿੱਚ ਕੀ ਫਰਕ ਹੁੰਦਾ ਹੈ, ਇਹ ਆਪਦੇ ਸਨਮੁਖ ਅਰਜ਼ ਕਰਦੇ ਹਾਂ। ਜਦ ਕਦੇ ਰੇਤ ਆਦਿਕ ਪਸਰੀ ਹੁੰਦੀ ਹੈ, ਉਹਦੇ ਉੱਪਰ ਪਾਣੀ ਪਾ ਦੇਣਾ, ਘੰਟੇ ਕੁ ਬਾਅਦ ਦੇਖਣਾ, ਪਤਾ ਨਹੀਂ ਲੱਗੇਗਾ ਉਹਦੇ ਉੱਪਰ ਪਾਣੀ ਪਿਆ ਹੈ ਕਿ ਨਹੀਂ ਪਿਆ। ਉਹਦੇ ਵਿੱਚ ਜੀਰਨ ਹੋ ਜਾਂਦਾ ਹੈ ਕਿ ਜਿੰਨਾ ਪਾਣੀ ਦਾ ਤੇਜ਼ ਸੀ, ਜੋ ਵੀ ਉਹਦੀ ਮਾਤਰਾ ਸੀ, ਉਹ ਇਕੱਲੇ ਕਣ ਦੇ ਵਿੱਚ ਜੀਰਨ ਹੋ ਜਾਂਦੀ ਹੈ। ਇਸੇ ਪ੍ਰਕਾਰ ਜੀਵਨ ਦਾ ਸਾਰਾ ਤਾਣ, ਇਸ ਕਰਕੇ ਜਰਾ ਕਿਹਾ। ਗੁਰੂ ਸਾਹਿਬ ਜੀ ਕਹਿੰਦੇ ਜਰਾ ਜੋਬਨ, ਇਸ ਕਰਕੇ ਜਵਾਨ ਹੁੰਦਿਆਂ ਵੀ ਬੰਦਾ ਬੁੱਢਾ ਹੁੰਦਾ ਹੈ ਅਤੇ ਬਚਪਨ ਹੁੰਦਿਆਂ ਵੀ ਬੰਦਾ ਬੁੱਢਾ ਹੁੰਦਾ। ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ, ਕਿਉਂਕਿ ਸਾਡੇ ਤੱਤਾਂ ਦਾ ਜਿਹੜਾ ਤੇਜ ਹੈ ਉਹ ਇੱਕ ਪੱਧਰ 'ਤੇ ਜਾ ਕੇ ਪੂਰਾ ਵਿਕਸਿਤ ਹੋ ਜਾਂਦਾ, ਜਿਹਨੂੰ ਜੋਬਨ ਅਵਸਥਾ ਕਹਿੰਦੇ ਹਾਂ। ਪਰ ਇਸ ਵਿਕਸਿਤ ਦੌਰਾਨ ਵੀ ਉਹ ਘਟ ਰਿਹਾ ਹੁੰਦਾ ਹੈ। ਜਿਵੇਂ ਸੂਰਜ ਸਵੇਰ ਤੋਂ ਚੱਲ ਕੇ ਦੁਪਹਿਰ ਤੱਕ ਆ ਗਿਆ ਅਤੇ ਅਸੀਂ ਕਹਾਂਗੇ ਜੀ ਸੂਰਜ ਚਮਕ ਬੜਾ ਰਿਹਾ ਹੈ, ਪਰ ਸਾਨੂੰ ਇਹ ਵੀ ਖਿਆਲ ਰੱਖਣਾ ਚਾਹੀਦਾ ਕਿ ਇਹਨੇ ਆਪਣੇ ਕੁੱਲ ਸਮੇਂ ਦੇ ਵਿੱਚੋਂ 5-6 ਘੰਟੇ ਦਾ ਸਫ਼ਰ ਕਰ ਲਿਆ ਹੈ। ਇਸ ਕਰਕੇ ਜਰਾ ਸ਼ਬਦ ਦਾ ਮਤਲਬ ਹੈ ਕਿ ਜਿੰਨਾ ਦੇਹ ਦਾ ਤਾਣ ਪ੍ਰਾਪਤ ਹੋਇਆ, ਉਹ ਹੌਲੀ ਹੌਲੀ ਤੱਤਾਂ ਦੇ ਵਿਘਟਨ ਹੋਣ ਦੇ ਨਾਲ ਜੀਰਨ ਹੋ ਰਿਹਾ ਹੈ। ਅਤੇ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਇੱਕ ਜਗ੍ਹਾ ਸਾਨੂੰ ਨਾ ਮੌਤ ਬਾਰੇ ਬੜਾ ਕਮਾਲ ਦਾ ਸਮਝਾਇਆ ਹੈ ਕਿ ਇਹਨੂੰ ਇੱਕ ਸਵਾਸ ਤੋਂ ਦੀਰਘ ਸਮਝ ਅਤੇ ਇੱਕ ਸਵਾਸ ਤੋਂ ਬਾਹਰ ਸਮਝ। ਤਾਂ ਕਰਕੇ ਉਹ ਭਗਤ ਭੀਖਨ ਜੀ ਦਾ ਸ਼ਬਦ ਹੈ ਨਾ, ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧਵਾਨੀ ਰੂਧਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰਹਿ ਪਰਾਨੀ। ਕਹਿੰਦੇ ਜਿਹੜੀ ਸਰੀਰ ਦੀ ਬਿਰਧ ਹੋਣ ਵਾਲੀ ਹਾਲਤ ਹੈ ਉਹ ਵੀ ਤੈਨੂੰ ਜਗਾ ਸਕਦੀ ਹੈ, ਪਰ ਫਿਤਰਤ ਕੀ ਹੈ, ਬੰਦਾ ਜਾਗਦਾ ਨਹੀਂ, ਸਗੋਂ ਪਰਮੇਸ਼ਰ ਦੇ ਨਾਲ ਰੋਸ ਪੈਦਾ ਕਰਦਾ ਹੈ। ਰੋਸ ਪੈਦਾ ਕਰਨ ਦਾ ਮਤਲਬ ਕੀ ਹੈ ਜੀ ਕਿ ਮੇਰੇ ਹੱਡ ਨਹੀਂ ਚੱਲਦੇ, ਮੇਰਾ ਸਰੀਰ ਨਹੀਂ ਠੀਕ ਰਹਿੰਦਾ, ਪਰ ਇਹ ਨਹੀਂ ਸੋਚਦਾ ਕਿ ਇਹ ਜਰਾ ਰੋਗ ਤਾਂ ਆਉਣਾ ਹੀ ਆਉਣਾ ਸੀ। ਇਸ ਕਰਕੇ ਜਰਾ ਨੂੰ ਰੋਗ ਵੀ ਤਾਂ ਹੀ ਕਿਹਾ ਗਿਆ ਹੈ। ਰੋਗ ਦਾ ਮਤਲਬ ਹੈ ਹੌਲੀ ਹੌਲੀ ਗਰਸਦਾ ਹੈ ਅਤੇ ਫਿਰ ਪੂਰਾ ਆਪਣੇ ਅਧੀਨ ਕਰ ਲੈਂਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਰਾ ਪਹੁੰਚਿਓ ਆਏ। ਮਨੁੱਖ ਅਚੇਤ ਸੀ, ਇਹ ਸਮਝਦਾ ਕਿ ਸ਼ਾਇਦ ਮੈਂ ਜਦੋਂ 50 ਸਾਲ ਪਾਰ ਕਰ ਗਿਆ ਉਰੋਂ ਬੁੱਢਾ ਹੋਵਾਂਗਾ, ਪਰ ਕਹਿੰਦੇ ਜੇ ਜੀਵਨ ਨੂੰ ਠੀਕ ਢੰਗ ਨਾਲ ਸਮਝਦਾ ਹੁੰਦਾ ਤਾਂ ਪਤਾ ਲੱਗ ਜਾਣਾ ਸੀ ਕਿ ਤੱਤਾਂ ਦਾ ਜਿਹੜਾ ਬਲ ਹੈ ਹੌਲੀ ਹੌਲੀ ਮੰਦ ਪੈਂਦਾ ਜਾ ਰਿਹਾ। ਮੇਰੀ ਕਿਸੇ ਦਿਨ ਇੱਕ ਨਾਲ ਵਾਰਤਾਲਾਪ ਹੋ ਰਹੀ, ਕਹਿੰਦਾ ਜੇ ਭੁੱਖ ਨਹੀਂ ਲੱਗਦੀ ਮੈਨੂੰ, ਤਾਂ ਮੈਂ ਕਿਹਾ ਜੀ ਇਹ ਵੀ ਜਾਣ ਲਓ ਕਿ ਜਠਰ ਅਗਨੀ ਮੰਦ ਪੈ ਰਹੀ, ਜਿੰਨੀ ਉਮਰ ਹੋ ਗਈ ਹੈ
इस करके तत्तां दी खेड नूं जाणो ना, ये रोस ना करो, इनू रोग ना बनाओ, ਇਹਦਾ ਗਿਆਨ ਬਣਾਓ कि तेरे जीवन की जिहड़ी जठर अग्नि मंद पै रही है, हुण उन्नी ज़्यादा ये मंग नहीं करती, इस करके भुख नहीं लगती। पर बंदा की है, उहदी फितरत नहीं जागण वाली हुंदी। तां भगत कबीर साहब जी कहंदे, कबीरा राम ना चेत्यो जरा पहुँच्यो आए। जिन्हां नेत्रां दे नाल ज्ञान दा अभ्यास करके, गुरु दर्शन करके प्रभु की याद मूरत नूं अपने हिरदे अंदर वसाउणा सी, कहंदे उहदा मनोरथ संसार वाला मिथ लिया ते उहदे तहत व्यर्थ देखण की कामना जिहड़ी बनी रही। तो इसे प्रकार हुण एक होर भी इहदे सन्मुख नुकता अर्ज करदे आ। जिवें आरंभ दे विच उन्हां दी शाकत मत वालियां दी गल चली, उन्हां ने एक नुकता बनाया है कि ਉਹ क्योंकि तंत्रिक साधना उन्हां दी थोड़ी जी, ਉਹਦੇ ਵਿੱਚ ਇੱਕ ਨੁਕਤਾ ਦੱਸਦੇ ਹਨ ਕਿ ਜਿਹੜਾ ਕੁਦਰਤੀ ਬੰਦਾ ਹੈ, ਕੁਦਰਤੀ ਮਤਲਬ ਜਿਹੜਾ ਆਮ ਤੌਰ 'ਤੇ ਬੈਠਾ ਹੈ, ਉਹਦੇ ਕਹਿੰਦੇ ਅੰਦਰ ਆਪਣੇ ਆਪ ਇੱਕ ਸ਼ਕਤੀ ਸਫੁਰ ਹੋ ਰਹੀ ਹੁੰਦੀ ਹੈ, ਅਤੇ ਉਹ ਜਿੰਨਾ ਜ਼ਿਆਦਾ ਉਸ ਸ਼ਕਤੀ ਨੂੰ ਸੰਭਾਲ ਕੇ ਆਪਣੇ ਅੰਦਰ ਦੀ ਤਰਫ ਰੱਖੇਗਾ, ਓਨਾ ਹੀ ਉਹ ਅਧਿਆਤਮਿਕ ਹੋਏਗਾ। ਇਹਨੂੰ ਇਉਂ ਕਹਿ ਲਓ, ਸਰਲ ਕਹਿਣਾ ਹੋਵੇ ਕਿ ਜਦੋਂ ਅਸੀਂ ਨੇਤਰਾਂ ਦੁਆਰਾ ਦੇਖਦੇ ਹਾਂ ਤਾਂ ਅਸੀਂ ਬਾਹਰ ਦੇਖ ਰਹੇ ਹਾਂ, ਤਾਂ ਜਿਹੜੀ ਕੋਈ ਸਾਡੀ ਅਧਿਆਤਮਿਕ ਊਰਜਾ ਬਣ ਰਹੀ ਉਹ ਸਾਡੇ ਨੇਤਰਾਂ ਦੁਆਰਾ ਬਾਹਰ ਨਿਕਲ ਰਹੀ ਹੈ। ਇਸ ਪ੍ਰਕਾਰ ਜਿਹੜੀ ਕੰਨਾਂ ਦੁਆਰਾ ਸੁਣਨ ਦੀ ਚਾਹਤ ਬਾਹਰ ਪਈ ਹੋਈ ਹੈ, ਇਹ ਸਾਡੇ ਅੰਦਰ ਦੇ ਸਾਊਂਡ ਜਿਹੜਾ ਡਿਵਾਈਨ ਸਾਊਂਡ ਹੈ, ਉਹਨੂੰ ਸੁਣਨ ਦੇ ਵਿੱਚ ਸਾਨੂੰ ਆਲਸੀ ਕਰ ਦਿੰਦੀ ਹੈ। ਇਸ ਕਰਕੇ ਤਾਂ ਧਿਆਨ ਦੀ ਮੁਦਰਾ ਬਣਾਈ ਜਾਂਦੀ ਹੈ। ਧਿਆਨ ਦੀ ਮੁਦਰਾ ਦਾ ਜਿਹੜਾ ਚੌਂਕੜੀ ਵੀ ਤਾਂ ਹੀ ਬਣਦੀ ਹੈ, ਇਸ ਤਰ੍ਹਾਂ ਨਹੀਂ ਬਣਾਈ ਗਈ ਕਿ ਰੱਬ ਬੰਦੇ ਢੰਗ ਨਾਲ ਬੈਠਣ। ਇਹਦਾ ਮਤਲਬ ਹੈ ਕਿ ਤੁਹਾਡੀ ਊਰਜਾ ਦੇ ਸਰੋਤ ਤੁਹਾਡੀ ਜਿਹੜੀ ਸੁਖਮਨਾ ਨਾੜੀ ਦੇ ਮਗਰਲੇ ਪਾਸੇ ਜੁੜਨ, ਅਤੇ ਤੁਹਾਡੀ ਜਦੋਂ ਸੁਰਤ ਆਪਣੇ ਸਾਉਣ ਦੇ ਨੁਕਤੇ ਤੋਂ ਕੰਮ ਕਰੇਗੀ ਅਤੇ ਸਾਰੀ ਬਾਡੀ ਦੀ ਐਨਰਜੀ ਇਕੱਠੀ ਹੋ ਕੇ ਤੁਹਾਡੀ ਟਿਕਾ ਦੇ ਕੇਂਦਰ 'ਤੇ ਆਵੇ ਅਤੇ ਤੁਹਾਡੇ ਸਿਮਰਨ ਦੀ ਲਿਵਲੀਨਤਾ ਬਣੇ। ਵੱਖਰੀ ਗੱਲ, ਅਸੀਂ ਇਹਨਾਂ ਦੇ ਮਹੱਤਵ ਨੂੰ ਅੱਜ ਇਨਕਾਰ ਕਰ ਦਿੱਤਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਇਸੇ ਪ੍ਰਕਾਰ ਕਬੀਰਾ ਰਾਮ ਨਾ ਚੇਤਿਓ, ਜੀਵਨ ਦੇ ਵਿੱਚ ਹਿਰਦਾ ਪ੍ਰਭੂ ਜਾਤ ਦੀ ਸੰਭਾਲ ਦੇ ਲਈ ਮਿਲਿਆ ਸੀ, ਪਰ ਉਹਦੇ ਵਿੱਚ ਸੰਸਾਰ ਦਾ ਦਖਲ ਮਿਲਿਆ। ਯਾਦਦਾਸ਼ਤ ਮਿਲੀ ਸੀ ਪ੍ਰਭੂ ਦੇ ਅਸੀਮ ਗੁਣਾਂ ਨੂੰ ਯਾਦ ਕਰ ਕਰਕੇ ਉਹਦੇ ਸਿਮਰਨ ਦਾ ਅਭਿਆਸ ਕਰਨਾ, ਪਰ ਉਸ ਯਾਦਦਾਸ਼ਤ ਦੇ ਵਿੱਚ ਸੰਸਾਰ ਦਾ ਜ਼ਿਕਰ ਵਸਾਇਆ ਹੈ। ਇਸੇ ਪ੍ਰਕਾਰ ਕਹਿੰਦੇ ਰਾਮ ਨਾ ਚੇਤਿਓ। ਹੁਣ ਜਦੋਂ ਭਗਤ ਕਬੀਰ ਸਾਹਿਬ ਜੀ ਨੇ ਰਾਮ ਨਾ ਚੇਤਿਓ ਦਾ ਮਤਲਬ ਕੀ ਕਿਹਾ ਕਿ ਇਹਦੇ ਅੰਦਰ ਜੋਤ ਸਰੂਪ ਵਿਦਮਾਨ ਹੈ, ਪਰ ਉਹਨੂੰ ਨਾ ਚੇਤਿਓ ਦਾ ਮਤਲਬ ਕਿ ਇਹਨੇ ਇੱਕ ਖਾਸ ਤਰ੍ਹਾਂ ਦਾ ਵਿਪਰੀਤ ਮੁਖੀ ਸੁਭਾਅ ਬਣਾਇਆ ਹੋਇਆ ਹੈ। ਕਿ ਜਿਵੇਂ ਕਈ ਵਾਰੀ ਕੁਝ ਉੱਚ ਅਸੂਲ ਹੁੰਦੇ ਨੇ, ਉਹਨਾਂ ਦਾ ਬੜਾ ਮਹੱਤਵ ਵੀ ਹੁੰਦਾ ਹੈ, ਪਰ ਬੰਦੇ ਇਨਕਾਰੀ ਹੁੰਦੇ ਨੇ, ਕਹਿੰਦੇ ਅਸੀਂ ਨਹੀਂ ਮੰਨਦੇ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਾਮ ਨਾ ਚੇਤਿਓ, ਕਿਸੇ ਪ੍ਰਕਾਰ ਜਿਸ ਪਰਮ ਜੋਤ ਦੀ ਵਿਦਮਾਨਤਾ ਕਰਕੇ ਇਹਦਾ ਸਾਰਾ ਜੀਵਨ ਚੱਲ ਰਿਹਾ, ਉਸ ਜੋਤ ਦੀ ਪਛਾਣ ਵੱਲ ਹੀ ਆਪਣਾ ਯਤਨ ਨਹੀਂ ਕਰਦਾ। ਅਤੇ ਕਹਿੰਦੇ ਜੇ ਨਹੀਂ ਕਰਦਾ ਤਾਂ ਫਿਰ ਕੀ ਹੁੰਦਾ ਹੈ, ਜਰਾ ਪਹੁੰਚਿਓ ਆਏ। ਇਸ ਕਰਕੇ ਜਿਹੜਾ ਇਹ ਸਿੱਖ ਪੰਥ ਦੇ ਵਿੱਚ ਇਹਦੇ ਬੜੇ ਕਮਾਲ ਦੇ ਅਭਿਆਸ ਹਨ। ਇਸ ਕਰਕੇ ਕਿਉਂ ਕਿਹਾ ਜਾਂਦਾ ਹੈ, ਮੈਨੂੰ ਕਿਸੇ ਦਿਨ ਪ੍ਰਸ਼ਨ ਕੀਤਾ ਸੀ ਕਿਸੇ ਨੇ ਕਿ ਵੀ ਤੁਸੀਂ ਰੋਜ਼ ਜਿਹੜੀ ਜੋਬਨ ਅਵਸਥਾ ਵਿੱਚ ਬੰਦਗੀ 'ਤੇ ਜ਼ੋਰ ਦਿੰਦੇ ਹੋ, ਇਹਦਾ ਕੀ ਕਾਰਨ ਹੈ? ਮੈਂ ਕਿਹਾ ਜੀ ਇਹਦੇ ਤਾਂ ਬੜੇ ਸਟੀਕ ਕਾਰਨ ਨੇ। ਕਹਿੰਦਾ ਕੋਈ ਵੱਖਰਾ ਜਿਹਾ ਕਾਰਨ ਦੱਸੋ ਜਿਹੜਾ ਮੈਨੂੰ ਮੰਨ ਜਾਵਾਂ। ਫਿਰ ਉਹਦਾ ਕਾਰਨ ਇਹ ਬਣਦਾ ਹੈ ਕਿ ਜੋਬਨ ਅਵਸਥਾ ਦੇ ਵਿੱਚ ਜਾ ਕੇ ਜਿਹੜੀ ਸੁਰਤ ਹੈ ਉਹ ਬੰਦੇ ਦੀ ਬੜੀ ਪ੍ਰਭਾਵਿਤ ਹੋ ਜਾਂਦੀ ਸੰਸਾਰ ਵੱਲੋਂ। ਇਸ ਕਰਕੇ ਜਿਹੜਾ ਹੁੰਦਾ ਹੈ, ਹੁਣ ਜਿਵੇਂ ਜਿਹੜੀ ਭੁੱਲਣ ਦੀ ਬਿਮਾਰੀ ਹੈ, ਹੁਣ ਉਦੋਂ ਕੀ ਹੁੰਦਾ, ਉਦੋਂ ਬੰਦਾ ਉਹਦਾ ਸਰੀਰ ਉਹਨੂੰ ਇੱਕ ਜਗ੍ਹਾ ਟਿਕਾ ਦਿੰਦਾ ਹੈ, ਅਤੇ ਜੇ ਬੰਦਾ ਜਿਹੜਾ ਭੱਜ ਦੌੜ 'ਚ ਪਿਆ ਰਹਿੰਦਾ, ਉਹਨੂੰ ਆਪਣੇ ਜੀਵਨ ਦੇ ਕੀਤੇ ਕਰਮ ਬਹੁਤੇ ਨਹੀਂ ਵਾਜ ਸਕਦਾ। ਜਦੋਂ ਜਰਾ ਰੋਗ ਆ ਜਾਂਦਾ ਹੈ, ਉਹਨੂੰ ਇੱਕ ਜਗ੍ਹਾ ਬਹਿਣਾ ਪੈਂਦਾ ਹੈ, ਅਤੇ ਫਿਰ ਬਾਕੀ ਜਗਤ ਨੂੰ ਦੌੜਦਾ ਦੇਖਦਾ ਹੈ। ਅਤੇ ਉਹਦਾ ਜਦੋਂ ਮਨੋਵਿਗਿਆਨ ਉਹਦੇ ਅੰਦਰ ਚੱਲਦਾ ਹੈ, ਜਦੋਂ ਕਿਸੇ ਦੇ ਵਿਕਾਰਾਂ ਵਾਲੇ ਕਰਮ ਦੀ ਕਨਸੋ ਸੁਣਦਾ ਹੈ, ਜਦੋਂ ਮਾਇਆ ਦੀ ਧੰਦੇ ਧਾਵਣੀ ਸੁਣਦਾ ਹੈ, ਅਤੇ ਉਦੋਂ ਉਹਦੇ ਜੀਵਨ ਦੀ ਸਿਮਰਤੀ ਜਿਹੜੀ ਮਲੀਨ ਕਰਮਾਂ ਵਾਲੀ ਕੀਤੀ ਹੁੰਦੀ ਉਹ ਜਾਗਦੀ ਹੈ। ਅਤੇ ਜਿਉਂ-ਜਿਉਂ ਜਾਗਦੀ ਹੈ ਫਿਰ ਉਹ ਪਛੇਮਾਨ ਹੁੰਦਾ ਹੈ, ਫਿਰ ਸੋਚਦਾ ਹੈ ਕਿ ਇਹਦੀ ਮੈਲ ਤੋਂ ਛੁੱਟ ਜਾਵਾਂ, ਪਰ ਉਸ ਵਕਤ ਜਿਹੜਾ ਸਰੀਰ ਹੈ ਉਹ ਸਾਥ ਨਹੀਂ ਦੇ ਰਿਹਾ ਹੁੰਦਾ, ਕਿਉਂਕਿ ਉਨੀ ਸ਼ੁਭ ਕਰਮ ਤਾਂ ਫਿਰ ਕਮਾਈ ਹੀ ਨਹੀਂ ਜਾਣੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਜਰਾ ਪਹੁੰਚਿਓ ਆਏ। ਸਾਡੀ ਸਮੱਸਿਆ ਵੇਖੋ ਕਿੱਡੀ ਵੱਡੀ, ਸਾਡੀ ਅਧਿਆਤਮਿਕ ਸਾਧਨਾ ਜੀਵਨ ਦੇ ਅੱਧ ਬੀਤਣ ਤੋਂ ਬਾਅਦ ਆਰੰਭ ਹੁੰਦੀ ਹੈ। ਕਈ ਵਾਰੀ ਇਸ ਨੁਕਤੇ ਨੂੰ ਵਿਚਾਰੀਦਾ ਹੈ ਕਿ ਜਿੰਨੇ ਦੁਨੀਆ ਦੇ ਵਿੱਚ ਵੱਡੇ ਬੰਦਗੀ ਵਾਲੇ ਬੰਦੇ ਹੋਏ ਨੇ, ਦੁਨੀਆ ਬੰਦਗੀ ਤਾਂ ਛੱਡੋ, ਦੁਨੀਆ ਦੇ ਵਿੱਚ ਜਿਹੜੇ ਚੰਗੇ ਦੁਨਿਆਵੀ ਪ੍ਰਾਪਤੀ ਵਾਲੇ ਵੀ ਬੰਦੇ ਹੋਏ ਹਨ, ਇਹ ਵੀ ਛੱਡੋ। ਦੁਨੀਆ ਦੇ ਵਿੱਚ ਜਿਹੜੇ ਵੱਡੇ ਵਿਗਿਆਨਕ ਹੋਏ ਹਨ, ਉਹ ਵਿਗਿਆਨਕ ਕਿਤੇ ਇਹ ਥੋੜ੍ਹਾ ਸੀ ਕਿ ਉਹ 50 ਸਾਲ ਬਾਅਦ ਉਹਨੇ ਵਿਗਿਆਨਕ ਖੋਜਾਂ ਕਰਨੀਆਂ ਸ਼ੁਰੂ ਕੀਤੀਆਂ, ਉਹਦਾ ਬਚਪਨ ਹੀ ਐਸਾ ਸੀ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਜੀਵਨ ਦੀਆਂ
ਚੰਗੀਆਂ ਅਵਸਥਾ ਨੂੰ ਅਧਿਆਤਮਕ ਵਾਲੇ ਪਾਸੇ ਨਹੀਂ ਲਗਾਇਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦ ਜਰਾ ਰੋਗ ਆ ਗਿਆ ਉਦੋਂ ਯਤਨ ਤਾਂ ਕਰਨ ਦੀ ਬੜੀ ਚਾਹਨਾ ਹੋਏਗੀ, ਪਰ ਕਹਿੰਦੇ ਹੋ ਨਹੀਂ ਸਕੇਗਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਆਖਰ ਕੀ ਹੋਏਗਾ, ਲਾਗੀ ਮੰਦਰ ਦੁਆਰ ਤੇ ਅਬ ਕਿਆ ਕਾਢਿਆ ਜਾਏ, ਕਿ ਹੁਣ ਤਾਂ ਅਵਸਥਾ ਹੀ ਉਹ ਆ ਗਈ ਹੈ ਜਿਹਦੇ ਪ੍ਰਕਾਰ ਚੱਲਿਆ ਨਹੀਂ ਜਾ ਸਕਦਾ, ਸੁਣਿਆ ਨਹੀਂ ਜਾ ਸਕਦਾ। ਤਾਂ ਇਸੇ ਪ੍ਰਕਾਰ ਸੁਣਨਾ ਵੀ ਮੰਦ ਪੈ ਜਾਂਦਾ ਹੈ। ਇਸ ਕਰਕੇ ਸਰੀਰ ਦੇ ਨੁਕਤੇ ਤੋਂ ਵੀ ਅਧਿਆਤਮਿਕਤਾ ਸਮਝੀ ਜਾ ਸਕਦੀ ਹੈ ਕਿ ਕਿਹੜਾ ਤਰਫ ਕਿਸ ਤਰਫ ਦੇਣਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਬ ਕਿਆ ਕਾਢਿਆ ਜਾਏ, ਸਾਰੀਆਂ ਅਵਸਥਾ ਜਿਹੜੀਆਂ ਹਨ ਬੇਮੁਖਤਾਈ ਦੇ ਵਿੱਚ ਦਗਦ ਹੋ ਗਈਆਂ ਨੇ। ਹੁਣ ਕੀ ਬਚਾ ਲਏਗਾ ਮਨੁੱਖ ਜਦੋਂ ਘਰ ਦੇ ਦੁਆਰ 'ਤੇ ਹੀ ਅੱਗ ਲੱਗ ਗਈ ਹੈ, ਭਾਵ ਕਿ ਜਿਹੜੀਆਂ ਸਾਰੀਆਂ ਅਵਸਥਾਵਾਂ ਐਵੇਂ ਹੀ ਚਲੀਆਂ ਗਈਆਂ ਨੇ, ਫਿਰ ਇਹਨਾਂ ਵਿੱਚੋਂ ਕੀ ਬਚਾ ਕੇ ਰੱਖਿਆ ਮਨੁੱਖ ਨੇ। ਬਚਪਨ ਅਚੇਤ ਵਿੱਚ ਬੀਤਿਆ, ਜਵਾਨੀ ਕਾਮਾਦਿਕ ਰਸਾਂ ਦੇ ਵਿੱਚ ਖਰਚ ਹੋ ਗਈ ਅਤੇ ਬਿਰਧ ਅਵਸਥਾ ਝੋਰਿਆਂ ਦੇ ਵਿੱਚ ਬਤੀਤ ਹੋ ਗਈ। ਇਸ ਕਰਕੇ ਭਰਤਰੀ ਹਰੀ ਨੇ ਆਪਣੇ ਇੱਕ ਗ੍ਰੰਥ ਵੈਰਾਗ ਸ਼ਤਕ ਦੇ ਵਿੱਚ ਕਿਹਾ, ਕਹਿੰਦਾ ਜਿਹੜਾ ਬੰਦਾ ਬੁਢਾਪੇ ਦੇ ਵਿੱਚ ਆਪਣੇ ਅਧਿਆਤਮ ਕਰਮਾਂ ਦੀ ਚਾਹਨਾ ਰੱਖਦਾ ਹੈ, ਅਸਿੱਧੇ ਰੂਪ ਵਿੱਚ ਉਹ ਕਹਿ ਰਿਹਾ ਹੁੰਦਾ ਕਿ ਮੈਨੂੰ ਅਧਿਆਤਮਿਕਤਾ ਦੀ ਕੋਈ ਚਾਹਤ ਨਹੀਂ ਹੈ। ਜਿਹੜੇ ਅਕਸਰ ਮੈਨੂੰ ਕਈ ਵਾਰੀ ਹਵਾਲਾ ਦੇਣਗੇ ਨਾ, ਕੋਈ ਨਾ ਜੀ ਬਾਬਾ ਜੀ ਅਜੇ ਹੈਗੇ 20 ਸਾਲ ਹੋਰ, ਤਾਂ ਉਹ ਫਿਰ ਉਹ ਅਸਲ 'ਚ ਇਹ ਨਹੀਂ ਕਹਿ ਰਹੇ ਹੁੰਦੇ ਕਿ ਉਰੋਂ ਜਦੋਂ 20 ਸਾਲ ਬਾਅਦ ਕਰ ਲਾਂਗੇ। ਅਸਲ 'ਚ ਉਹ ਕਹਿ ਰਹੇ ਹੁੰਦੇ ਹਨ ਕਿ ਸਾਨੂੰ ਅਧਿਆਤਮਿਕ ਕਰਮਾਂ ਦੀ ਕੋਈ ਚਾਹਤ ਨਹੀਂ ਹੈਗੀ, ਇਹ ਤਾਂ ਅਸੀਂ ਵੈਸੇ ਕਾਲਸੀ ਹਵਾਲਾ ਬਣਾ ਰਹੇ ਹਾਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਲਾਗੀ ਮੰਦਰ ਦੁਆਰ ਤੇ ਅਬ ਕਿਆ ਕਾਢਿਆ ਜਾਏ। ਮੈਂ ਇੱਕ ਦਿਨ ਵਾਕ ਪੜ੍ਹ ਰਿਹਾ ਸੀ, ਗੁਰਬਾਣੀ 'ਚ ਵਾਕ ਆਉਂਦਾ, ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਦਰ ਸੁਰਤ ਗਿਆਨ। ਉਸ ਗੱਲ ਨੂੰ ਵਾਚਣ ਦਾ ਬੜਾ ਦੀਰਘ ਯਤਨ ਕਰ ਰਿਹਾ ਸੀ ਕਿ ਸਰੀਰ ਤਾਂ ਬਿਰਧ ਹੋਣਾ ਹੀ ਹੋਣਾ ਹੈ। ਤਾਂ ਇਸ ਵਾਕ ਦਾ ਕੀ ਅਰਥ ਹੈ, ਸੁਰਤ ਗਿਆਨ ਦਾ ਕੀ ਮਤਲਬ ਹੈ? ਉਹਦਾ ਭਾਵ ਇਹ ਹੈ ਕਿ ਜਦੋਂ ਜਰਾ ਰੋਗ ਆਉਂਦਾ ਹੈ ਉਦੋਂ ਬੰਦੇ ਦੀ ਸਿਮਰਤੀ ਫਿਰ ਰਿਵਾਈਵ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਜੀਵਨ ਦੇ ਸਾਰੇ ਕੀਤੇ ਮਲੀਨ ਕਰਮ ਉਹਦੇ ਸਾਹਮਣੇ ਘੁੰਮਣ ਲੱਗ ਪੈਂਦੇ ਹਨ ਉਹਦੇ ਖਿਆਲਾਂ ਦੇ ਵਿੱਚ। ਇੱਕ ਪੱਖ। ਦੂਜਾ ਪੱਖ ਹੈ ਕਿ ਜਦੋਂ ਸਰੀਰ ਦੇ ਤਲ 'ਤੇ ਜਿਹੜੇ ਵਿਕਾਰਾਂ ਦੀ ਸਾਰੀ ਭਟਕਣ ਕੀਤੀ ਹੁੰਦੀ ਹੈ, ਉਹ ਵੀ ਇੱਕ ਖਾਸ ਤਰ੍ਹਾਂ ਦਾ ਸਰੀਰ ਦਾ ਬੋਝ ਬਣ ਜਾਂਦੀ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਗੁਰਬਾਣੀ ਦੇ ਵਿੱਚ ਵਾਕ ਹੈ, ਸੁਰਤ ਗਿਆਨ ਦਾ ਮਤਲਬ ਕੀ ਹੈ ਕਿ ਉਹਨਾਂ ਗੁਰਮੁਖਾਂ ਨੇ ਆਪਣੀ ਪਹਿਲਾਂ ਸੰਭਾਲ ਕੀਤੀ ਹੁੰਦੀ ਹੈ, ਫਿਰ ਉਹਨਾਂ ਦੇ ਅੰਦਰ ਜਿਹੜੀ ਬੁਰੀ ਸਿਮਰਤੀ ਤਾਂ ਚੱਲਣੀ ਨਹੀਂ, ਕਿਉਂਕਿ ਜੀਵਨ ਦੀ ਹਰ ਅਵਸਥਾ ਦੀ ਸੰਭਾਲ ਕੀਤੀ ਹੈ। ਸੰਸਾਰ ਦੀ ਭਟਕਣ ਨੇ ਤੰਗ ਕਰਨਾ ਹੀ ਨਹੀਂ, ਕਿਉਂਕਿ ਜੀਵਨ ਨੂੰ ਹਰੇਕ ਕਰਮ ਨੂੰ ਵਾਚ ਕੇ ਕੀਤਾ ਹੈ, ਅਤੇ ਮੌਤ ਦਾ ਭੈ ਵਾਪਰਨਾ ਨਹੀਂ, ਕਿਉਂਕਿ ਸੁਰਤ ਗਿਆਨ ਕਰਕੇ ਉਹਨਾਂ ਜਾਣ ਲਿਆ ਕਿ ਸਰੀਰ ਦਾ ਆਕਾਰ ਬਿਨਸਣਾ ਹੀ ਬਿਨਸਣਾ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਲਾਗੀ ਮੰਦਰ ਦੁਆਰ ਤੇ ਅਬ ਕਿਆ ਕਾਢਿਆ ਜਾਏ। ਇਸ ਕਰਕੇ ਜੀਵਨ ਦੀ ਹਰੇਕ ਅਵਸਥਾ ਦੀ ਸੰਭਾਲ ਜ਼ਰੂਰੀ ਹੈ। ਉਸ ਅਵਸਥਾ ਦੀ ਸੰਭਾਲ ਦੇ ਨਾਲ ਜੀਵਨ ਦੇ ਕਿਸੇ ਮੁਕਾਮ 'ਤੇ ਪੁੱਜਿਆ ਜਾ ਸਕਦਾ। ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਚੇਤੰਨ ਕਰਦੇ ਹਨ, ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਇਸ ਕਰਕੇ ਜੀਵਨ ਦੇ ਵਿੱਚ ਐਸਾ ਯਤਨ, ਐਸੀ ਸਾਧਨਾ, ਐਸੇ ਕਰਮ ਅਖਤਿਆਰ ਕਰਨੇ ਚਾਹੀਦੇ ਨੇ ਕਿ ਜੀਵਨ ਦੀ ਹਰੇਕ ਅਵਸਥਾ ਦੀ ਸੰਭਾਲ ਹੋਵੇ। ਗੁਰੂ ਕਿਰਪਾ ਕਰੇ। ਭਗਤ ਕਬੀਰ ਸਾਹਿਬ ਜੀ ਦੇ 2 ਸਲੋਕਾਂ ਦੇ ਭਾਵ ਆਪ ਦੇ ਸਨਮੁਖ ਵਿਆਖਿਆ ਰੂਪ ਚਰਜ ਕੀਤੇ ਹਨ ਕਿ ਸਾਖਤ ਪੁਰਸ਼ ਜਿਹਦੀਆਂ ਬਿਰਤੀਆਂ ਵਕਾਰਾਂ ਕਰਕੇ, ਮਨਮੁਖਤਾ ਕਰਕੇ, ਕੁਸੰਗ ਕਰਕੇ, ਨੀਚ ਕਰਮਾਂ ਕਰਕੇ ਮਲੀਨ ਹਨ, ਉਸ ਪੁਰਖ ਦੇ ਕਦੀ ਵੀ ਸੰਗ ਨਿਕਟ ਨਾ ਜਾਓ। ਇਸੇ ਪ੍ਰਕਾਰ ਜੀਵਨ ਦੀ ਹਰੇਕ ਅਵਸਥਾ ਦੀ ਸੰਭਾਲ ਗੁਰੂ ਦੀ ਯਾਦ, ਗੁਰੂ ਕੇ ਸ਼ਬਦ ਦਾ ਅਭਿਆਸ ਕਮਾ ਕੇ ਕਰੋ, ਤਾਂ ਕਿ ਜੀਵਨ ਦੇ ਵਿੱਚ ਸਗਲ ਡਰ, ਸਗਲ ਭੈ, ਸਗਲ ਮੈਲ ਤੋਂ ਮੁਕਤ ਹੋ ਕੇ ਆਪਣੇ ਜੀਵਨ ਨੂੰ ਸ਼ੁੱਧਤਾ ਸਹਿਤ ਪ੍ਰਭੂ ਚਰਨਾਂ ਦੇ ਵਿੱਚ ਅਭੇਦ ਕਰ ਸਕੀਏ। ਜੀ ਭਗਤ ਸਾਹਿਬ ਦੀ ਕਿਰਪਾ ਕਰਨ, ਸ਼ਲੋਕਾਂ ਦੇ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਣ ਜੀ। ਸਾਰਿਆਂ ਦਾ ਇੱਥੇ ਆਇਆ ਸਫਲ ਹੋਵੇ ਜੀ। ਆਪ ਦੇ ਸਨਮੁਖ ਪਾਵਨ ਲੜੀਵਾਰ ਬਾਣੀ ਦੀ ਵਿਆਖਿਆ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ